ਕਿੱਦਣ ਗਾਲ ਕੱਢੀ ਹੈ ਤੇ ਕਿੱਥੇ ਗਾਲ ਕੱਢੀ ਹੈ? ਰਾਣੇ ਮੁਸ਼ਤਬਾ ਦੇ ਨਾਲ ਬੈਠ ਕੇ ਦੇਖ ਦੱਸੋ। ਰਾਣੇ ਮੁਸ਼ਤਬਾ ਨੇ ਕੱਢੀਆਂ ਨੇ ਤੇ ਰਾਣਾ ਮੁਸ਼ਤਬਾ ਜਾਣਦਾ ਹੈ ਜਾਂ ਦੂਜੇ ਤੀਜੇ ਜਾਣਦੇ ਨੇ? ਮੈਂ ਜੇ ਤੁਹਾਨੂੰ ਕੋਈ ਗਾਲ ਕੱਢੀ ਹੋਏ ਤੇ ਤੁਸੀਂ ਦੱਸੋ। ਬਲਕਿ ਮੈਂ ਪਿਆਨਾ ਤੁਸੀਂ ਬੈਠੇ ਸੀ, ਮੈਨੂੰ ਗਾਲਾਂ ਕੱਢੀਆਂ ਨੇ, ਮੈਂ ਜਾ ਕੇ ਤੁਹਾਨੂੰ ਕਿਹਾ ਵੀ ਕੀ ਹੋਇਆ ਤੇ ਤੁਸੀਂ ਮੈਨੂੰ ਕਿਹਾ ਜੀ ਗਾਲਾਂ ਕੱਢੀਆਂ ਨੇ ਮੈਨੂੰ। ਨਹੀਂ, ਉਸ ਤੋਂ ਬਾਅਦ ਤੁਹਾਡੀ ਬਰੋਡ ਦੇ ਉੱਤੇ ਜਿਸ ਵਕਤ ਉਹਨਾਂ ਨੇ ਮੈਨੂੰ ਕੱਢੀਆਂ ਨੇ, ਤੁਸੀਂ ਪਹਿਲਾਂ ਹੁੰਦੇ ਹੁੰਦੇ ਸੀ, ਹੁਣ ਤੁਸੀਂ ਨਾ ਕਦੀ ਆਏ ਜੇ ਤੇ ਨਾ ਤੁਹਾਨੂੰ ਮੈਂ ਤੇ ਕਦੀ ਆਪਣੀ ਬਰਾੜ ਤੇ ਵੇਖਿਆ ਹੀ ਨਹੀਂ। ਮੇਰੀ ਗੱਲ ਸੁਣੋ, ਜਿਹਨੂੰ ਤੁਸੀਂ ਆਪਣੀ ਬਰਾੜ ਕਹਿੰਦੇ ਜੇ ਨਾ, ਇਹ ਜਿੰਨੀਆਂ ਵੀ ਬਰਾਡਾਂ ਲੱਗੀਆਂ ਨੇ, ਖੁਦਾ ਦੀ ਕਸਮ ਮੈਂ ਲਾਨਤ ਪਾਣਾ ਇਹੋ ਜਿਹੀਆਂ ਬਰਾਡਾਂ ਦੇ। ਸਿੱਧੀ ਜੀ ਗੱਲ ਆ, ਮੇਰਾ ਦਿਲ ਕਰੇ ਨਾ ਤੇ ਮੈਂ ਆਪਣੀ ਲਾ ਲੈਣਾ ਜਾਂ ਮੈਂ ਕਿਸੇ ਹੋਰ ਭਰਾ ਕੋਲ ਜਾ ਕੇ ਬਹਿ ਜਾਣਾ। ਮੈਨੂੰ ਚਾਹੀਦਾ ਜ਼ਾਹਿਰ ਜਿੱਥੇ ਨਹੀਂ ਇੱਜ਼ਤ ਨਹੀਂ ਉੱਥੇ ਜਾਣਾ ਚਾਹੀਦਾ। ਬਿਲਕੁਲ ਮੈਨੂੰ ਜ਼ਰੂਰਤ ਹੀ ਕੋਈ ਨਹੀਂ ਨਾ ਇਹੋ ਜਿਹੇ ਬੰਦਿਆਂ ਦੀ। ਮੈਂ ਤੇ ਇਹਨਾਂ ਤੋਂ ਬਰਾਦ ਦਾ ਐਲਾਨ ਕਰਨਾ ਵਾ ਸਾਰਿਆਂ ਤੋਂ, ਜਿੰਨੇ ਵੀ। ਮੈਂ ਕਿ ਅਮਨ ਨਜ਼ੀਰ ਸਾਹਿਬ ਦੇ ਮੈਂ ਇਹਨਾਂ ਕੋ ਕਦੀ ਆ ਜਾਣਾ ਤੇ ਕਿਹੜਾ ਮੈਨੂੰ ਮੂੰਹ ਚ ਪਾ ਲੈਂਦੇ ਨੇ ਜਾਂ ਮੈਂ ਕੁਛ ਕਰਦੀ ਜਾਂ ਅਮਨ ਨਜ਼ੀਰ ਸਾਹਿਬ ਆ ਜਾਂਦੇ ਨੇ ਤੇ ਮੈਂ ਕਿਹੜਾ ਕੋਈ ਇਹਨਾਂ ਨੂੰ। ਅਮਨ ਨਜ਼ੀਰ ਤੁਹਾਨੂੰ ਅਗਰ ਮੂੰਹ ਚ ਨਹੀਂ ਪਾਉਂਦਾ ਵਾ ਤੇ ਤੁਸੀਂ ਜਿਹੜਾ ਮੇਰੀ ਗੱਲ ਸੁਣੋ ਇਹਨਾਂ ਕੋ ਆ ਜਾਂਦੇ ਹੋ ਨਾ। ਜੀ ਜੀ ਬਿਲਕੁਲ। ਤੇ ਜੇ ਇਹ ਇੱਥੇ ਜੇ ਤੁਹਾਨੂੰ ਮੈਂ ਕਹਾਂ ਤੁਹਾਡਾ ਜਮਾਤੀ ਭਰਾ ਹੋ ਕੇ ਕਿ ਤਾਹਿਰ ਸਾਹਿਬ ਤੁਹਾਡਾ ਉਹ ਮਾਮਾ ਲੱਗਦਾ ਜਿਹਦੇ ਕੋਲ ਜਾ ਕੇ ਬੈਠਦੇ ਹੋ, ਮੇਰਾ ਹੱਕ ਬਣਦਾ ਤੁਹਾਨੂੰ ਕਹਿਣਾ। ਨਹੀਂ, ਅਗਰ ਤੁਹਾਨੂੰ ਕਿਸੇ ਤੇ ਕੋਈ ਇਤਰਾਜ਼ ਹੈ ਮੈਂ ਤੁਸੀਂ ਮੈਨੂੰ ਕਹਿ ਸਕਦੇ ਜੀ ਭਾਈ ਤੂੰ ਫਲਾਣੇ ਨਹੀਂ, ਕਿਸ ਤਰ੍ਹਾਂ ਕਹਿ ਸਕਦੇ ਜੇ? ਕਿਉਂਕਿ ਆਪਣੇ ਸਾਕੀ ਭਾਈ ਬਾਅਦ ਹੁੰਦੇ ਬੰਦੇ ਸ਼ਰੀਫ। ਮੈਂ ਹੁਣ ਜੇ ਬਰਾੜ ਕਰਨਾ ਤੇ ਮੈਂ ਜ਼ਿਆਦਾਤਰ ਖਾਮੋਸ਼ ਰਹਿਣਾ। ਮੈਂ ਦੂਸਰੇ ਦੋਸਤਾਂ ਨੂੰ ਮੌਕਾ ਦਿੰਦਾ ਵੀ ਤੁਸੀਂ ਆਪਣੀ ਰਾਏ ਦਾ ਨਾ ਇਜ਼ਹਾਰ ਕਰੋ। ਤੇ ਮਕਸਦ ਇਹ ਹੁੰਦਾ ਵੀ ਜਿਹੜਾ ਮੇਜ਼ਬਾਨ ਹੁੰਦਾ ਉਹਨੂੰ ਖਾਮੋਸ਼ੀ ਥੋੜੀ ਜਿਹੀ ਇਖਤਿਆਰ ਕਰਨੀ ਪੈਂਦੀ ਹੈ ਤੇ ਮਹਿਮਾਨਾਂ ਨੂੰ ਟਾਈਮ ਦੇਣਾ ਪੈਂਦਾ ਵੀ ਇਹ ਤੁਸੀਂ ਗੱਲ ਕਰੋ ਜਿਹੜੀ ਵੀ ਕਰਨੀ ਹੈ। ਹੁਣ ਜੇ ਅਮਨ ਨਜ਼ੀਰ ਸਾਹਿਬ ਦੀ ਕਿਸੇ ਨਾਲ ਗੱਲ ਹੋ ਜਾਂਦੀ ਹੈ ਜਾਂ ਕੋਈ ਬਦਤਮੀਜ਼ੀ ਹੋ ਜਾਂਦੀ ਹੈ ਤੇ ਅਮਨ ਨਜ਼ੀਰ ਸਾਹਿਬ ਕਹਿਣ ਜੀ ਤਾਹਰ ਤੂੰ ਬੁਲਾ ਕੇ ਤੇ ਬੰਦੇ ਬੁਲਾ ਕੇ ਤੇ ਫੋਨਾਂ ਤੇ ਉਹਨਾਂ ਨਾਲ ਗੱਲ ਕਰਕੇ ਤੇ ਤੂੰ ਸੱਦ ਕੇ ਤੇ ਮੈਨੂੰ ਗਾਲਾਂ ਕਢਾਉਣਾ, ਮੈਨੂੰ ਇਹ ਕਰਨਾ, ਤੇ ਇਹ ਵੀ ਗੱਲ ਅੱਛੀ ਬਾਤ ਨਹੀਂ ਨਾ ਹੈ। ਨਹੀਂ ਤੇ ਉਹਨਾਂ ਕੋਲ ਬੰਦਾ ਪੁੱਛਦਾ ਨਾ ਵੀ ਤੁਸੀਂ ਇਹ ਗੱਲ ਕਿਉਂ ਕੀਤੀ ਹੈ। ਕੀਤੇ ਜਾਏ ਜੀ ਉਹ ਇੱਕ ਲੱਤ ਤੇ ਉਹਨੇ ਉੱਤੇ ਨਹੀਂ ਆ ਸਕਣਾ, ਉਹਨੂੰ ਤੁਸੀਂ ਸੱਦੋ ਤੇ ਬਾਅਦ ਵਿੱਚੋਂ ਗੱਲਾਂ ਹੁੰਦੀਆਂ ਨੇ, ਪਤਾ ਲੱਗ ਜਾਂਦਾ ਬੰਦੇ ਨੂੰ। ਨਹੀਂ, ਇਹ ਤਾਂ ਗਲਤ ਗੱਲ ਹੈ, ਕਿਸੇ ਨੂੰ ਇਸ ਤਰ੍ਹਾਂ ਤਾਂ ਕਹਿਣਾ ਹੀ ਨਹੀਂ ਚਾਹੀਦਾ, ਇਹ ਗਲਤ ਗੱਲ ਹੈ। ਪਰ ਕਿਸੇ ਨੂੰ ਨਹੀਂ ਗੱਲ ਕਰਨੀ ਚਾਹੀਦੀ। ਤੇ ਜੇ ਇਹਨਾਂ ਨੂੰ ਕੋਈ ਲੰਘਾ ਤੇ ਉਹ ਅੱਜ ਤੋਂ ਬਾਅਦ ਬੰਦਾ ਕੋਈ ਨਹੀਂ ਇਹਨਾਂ ਨੂੰ ਲਾਏਗਾ। ਤੇ ਤਾਹਿਰ ਭਾਈ ਜਾਨ ਨਾ ਮੋਡਰੇਟਰ ਖਤਮ ਕਰਨੇ ਪੈਂਦੇ ਨੇ ਨਾ ਸਾਰੇ। ਤੁਹਾਨੂੰ ਹਰੇ ਜਾਂਚ ਵੀ ਹੈ ਕਿ ਨਹੀਂ ਕਰਨ ਦੀ? ਨਹੀਂ, ਅਮਨ ਨਜ਼ੀਰ ਸਾਹਿਬ ਜੇ ਬਣਾ ਬੰਦਾ ਸਕਦਾ ਤੇ ਖਤਮ ਹੀ ਕਰ ਸਕਦਾ, ਉਹ ਕਿਹੜਾ ਕੋਈ ਮਸਲਾ ਹਾਂ। ਇਹ ਤੇ ਹੈ, ਮਤਲਬ ਕਿ ਮੈਂ ਉਹਨੇ ਬੰਦੇ ਨਹੀਂ ਬੈਂਦੇ ਜਿਹਨੇ ਮੋਡੀਏਟਰ ਮੈਂ ਬਣਾਏ ਨੇ। ਸਾਰੀ ਜਮਾਤ ਨੂੰ ਤੁਹਾਡੇ ਗਿਲੇ ਸ਼ਿਕਵੇ ਆਪਣੀ ਜਗ੍ਹਾ ਤੇ, ਲੇਕਿਨ ਗੱਲ ਇਹ ਵੇ ਕਿ ਜਿਹੜਾ ਤੁਸੀਂ ਇੱਕ ਸੈਸ਼ਨ ਜਿਹੜਾ ਅਮਨ ਨਜ਼ੀਰ ਸਾਹਿਬ ਦਾ ਤੇ ਮੀਰ ਸਾਹਿਬ ਦਾ ਕਰਾਇਆ ਹੈ ਉਹ ਬਿਹਤਰੀਨ ਰਿਹਾ ਸੈਸ਼ਨ। ਹਰ ਬੰਦੇ ਨੇ ਸੁਣਿਆ, ਉਹਦੇ ਬੜੇ ਅੱਛੇ ਅਸਰਾਤ ਵੀ ਮੁਰਤਬ ਹੋਏ ਨੇ, ਲੇਕਿਨ ਉਹਦੇ ਤੇ ਤੁਹਾਡੇ ਤੇ ਅੱਜ ਤੱਕ ਕਿਸੇ ਨੂੰ ਗਿਲਾ ਨਹੀਂ ਹੈ। ਮੇਰੇ ਤੇ ਹੁਟੰਗ ਹੋਈ ਉਹ ਯੂਸੀ ਸਾਹਿਬ ਤੁਹਾਨੂੰ ਪਤਾ ਹੀ ਨਹੀਂ ਹੈ। ਦੇਖੋ ਜਦੋਂ ਫਿਰ ਤੁਸੀਂ ਇਸ ਮੈਦਾਨ 'ਚ ਆਏ ਨਾ ਮੇਰੇ ਭਾਈ, ਫਿਰ ਇਹ ਚੀਜ਼ਾਂ ਤੁਸੀਂ ਬਰਦਾਸ਼ਤ ਕਰਨੀਆਂ ਨੇ। ਤੁਹਾਡੇ ਤੇ ਹੁਟਿੰਗ ਤੁਹਾਡੇ ਨੇ ਕੀਤੀ, ਅਸਾਂ ਤਾਂ ਨਹੀਂ ਕੀਤੀ, ਅਸੀਂ ਤੁਹਾਨੂੰ ਅਪਰੀਸ਼ੀਏਟ ਕੀਤਾ। ਇੱਥੇ ਮੇਰੀ ਫੈਨ ਫਾਲੋਇੰਗ ਨਹੀਂ ਹੈ ਜਾਂ ਇੱਥੇ ਜਮਾਤ ਨਹੀਂ ਹੈ ਤਾਹਿਰ ਭਾਈ, ਅਸਾਂ ਤੁਹਾਨੂੰ ਅਪਰੀਸ਼ੀਏਟ ਕੀਤਾ, ਅਸਾਂ ਤੁਹਾਨੂੰ ਅਪਰੀਸ਼ੀਏਟ ਕੀਤਾ ਸੀ। ਤੁਹਾਨੂੰ ਅਗਰ ਕਿਸੇ ਗਾਲੀ ਗਲੋਚ ਕੀਤਾ ਜਾਂ ਤੁਹਾਨੂੰ ਹੁਟਿੰਗ ਕੀਤਾ, ਤੁਹਾਡੇ ਆਪਣੀ ਜਮਾਤ ਦੇ ਲੋਕਾਂ ਨੇ ਕੀਤਾ ਔਰ ਬਿਲਾ ਵਜ੍ਹਾ ਕੀਤਾ, ਉਹਦੀ ਕੋਈ ਵਜ੍ਹਾ ਨਹੀਂ ਬਣਦੀ, ਐਵੇਂ ਸਿਰਫ ਜੈਲਸੀ। ਮੈਂ ਪਰਵਾਹ ਨਹੀਂ ਨਾ ਕਿਸੇ ਦੀ। ਤੇ ਫਿਰ ਇਹੀ ਚੀਜ਼ ਅਸੀਂ ਸਾਨੇ ਆ ਨਾ, ਤੁਸੀਂ ਪਰਵਾਹ ਕਰਨੀ ਨਹੀਂ ਕਦੀ ਕਿਸੇ ਕੋਲ ਲੈ ਕੇ। ਸੇਕ ਤੇ ਲੱਗਾ ਤਾਰ ਸਾਹਿਬ, ਸੇਕ ਤੇ ਲੱਗਾ ਸੀ, ਤੁਸੀਂ ਆ ਕੇ ਆਖਿਆ ਤੂੰ ਮੇਰੀ ਬਰਾਤ ਪਲੀਤ ਕਰ, ਮੈਂ ਧੋਣੀ ਆ ਬਰਾਤ। ਸੇਕ ਤੇ ਲੱਗਾ ਸੀ, ਪਰ ਚਲੋ ਕੋਈ ਨਹੀਂ, ਗੱਲ ਖੈਰ ਹੈ। ਜ਼ਿਆਦਤੀ ਵੀ अपने ही गिराते हैं नशे मन पे बिजलियां, गैरों ने आके फिर भी उसे थाम लिया है, दुश्मन न करे दोस्त ने वो काम किया है, उम्र भर का गम हमें इनाम दिया है। जी ताहिर साहब ਜੀ ਕਰੋ ਗੱਲ ਤੁਸੀਂ। ਮੈਂ ਤਾਹਿਰ ਸਾਹਿਬ ਗੱਲ ਇਹ ਵੇ ਕਿ ਤੁਸੀਂ ਆਪਣੀ ਬਰਾੜ ਤੇ ਬਹਾ ਕੇ ਜੇ ਕਹੋ ਕਿ ਜੀ ਮੈਂ ਅਮਨ ਨਜ਼ੀਰ ਸਾਹਿਬ ਨੂੰ ਬੁਲਾਣਾ ਵੀ ਜਾਂ ਜ਼ਿਆ ਰਸੂਲ ਜਾਂ ਸੈਯਦ ਜ਼ਫਰੁੱਲਾ ਸ਼ਾਹ ਜਾਂ ਦੀਗਰ ਕਿਸੇ ਵੀ ਐਸੇ ਦੋਸਤ ਨੂੰ ਬੁਲਾ ਕੇ ਉਹਨੂੰ ਕਹਿੰਦੀ ਮੈਂ ਉਹਨੇ ਬੁਲਾਣਾ ਵਾ, ਉਹਨਾਂ ਦੇ ਕੋਈ ਤਲਖ ਸਵਾਲ ਨੇ ਜਾਂ ਬੜੇ ਮਿੱਠੇ ਸਵਾਲ ਨੇ, ਉਹਦਾ ਜਵਾਬ ਦਿਓ ਜੀ ਕੌਣ ਦਿੰਦਾ। ਤੇ ਜੇ ਕੋਈ ਆ ਕੇ ਕਵੇ ਉਹ ਤੇਰੀ ਮਾਂ ਦੀ ਭੈਣ ਦੀ, ਕਿਉਂਕਿ ਸੁਣੋ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ, ਕੋਈ ਕਮੈਂਟ ਗਲਤ ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਪੂਰੀ ਸੁਣ ਲਓ, ਗੱਲ ਸੁਣ ਲਓ ਪਹਿਲੇ ਪੂਰੀ।
ਮੈਂ ਕਹਿ ਰਿਹਾ ਕਿ ਜੇ ਤੁਸੀਂ ਬਹਾ ਕੇ ਤੇ ਫਿਰ ਜੇ ਦੂਸਰਾ ਤੁਹਾਡੀ ਆਪਣੀ ਜਮਾਤ ਦਾ ਬੰਦਾ ਇਹ ਕਵੇ ਤੁਹਾਨੂੰ ਆ ਕੇ ਕਿ ਤਾਹਰ ਤੂੰ ਬੜਾ ਫਲਾਣਾ ਟਮਕਾਣਾ ਐਵੇਂ, ਇਹ ਬੰਦਾ ਗਾਲਾਂ ਕੱਢਦਾ ਹੈ ਤੇ ਇਹਨੂੰ ਥੱਲੇ ਲਾ ਦਿਓ, ਜਦਕਿ ਤੁਹਾਨੂੰ ਪਤਾ ਨਾ ਤੇ ਅਮਰਜੀਤ ਸਾਹਿਬ ਨੇ ਕਦੀ ਗੱਲ ਕੱਢੀ ਤੁਹਾਡੇ ਕੋਲ ਬਹਿ ਕੇ ਜਾਂ ਤੁਹਾਨੂੰ ਜਾਂ ਕਿਸੇ ਬੰਦੇ ਨੂੰ? ਆਪਣੀ ਇਮਾਨਦਾਰੀ ਨਾਲ ਜਵਾਬ ਦੇ। ਮੈਨੂੰ ਮੇਰੀ ਰਿਸਪੈਕਟ ਕਰਦੇ ਨੇ, ਮੈਂ ਜਿਹੜਾ ਬੰਦਾ ਜ਼ਿਆ ਰਸੂਲ ਅਮੀਨ ਨੇ ਤੁਹਾਨੂੰ ਕਦੀ ਕੋਈ ਗੱਲ ਕੱਢੀ? ਮੈਂ ਜ਼ਿਆ ਰਸੂਲ ਅਮੀਨ ਨੇ ਕਦੀ ਕੋਈ ਗੱਲ ਕੱਢੀ? ਨਹੀਂ, ਬਿਲਕੁਲ ਨਹੀਂ ਕੱਢੀ। ਸੈਯਦ ਜ਼ਫਰੁੱਲਾ ਸ਼ਾਹ ਸਾਹਿਬ ਨੇ ਕਦੀ ਕਿਸੇ ਨੂੰ ਗੱਲ ਕੱਢੀ ਖੁਦਾ ਨਾ ਖਾਸੇ, ਜਾਂ ਕੋਈ ਮੰਦਾ ਲਫ਼ਜ਼ ਵੀ ਬੋਲਿਆ ਹੋਵੇ ਉਹਨਾਂ ਨੇ? ਸ਼ਾਹ ਸਾਹਿਬ ਨਾਲ ਤੇ ਮੇਰੀ ਗੱਲਬਾਤ ਹੀ ਘੱਟ ਵੱਧ ਹੁੰਦੀ ਹੈ। ਨਹੀਂ, ਮੈਂ ਬਸ ਪੁੱਛ ਰਿਹਾ, ਤੁਸੀਂ ਸੁਣਦੇ ਤੇ ਹੈਗੇ ਹੋ ਨਾ, ਤੁਸੀਂ ਸੁਣਦੇ ਤੇ ਹੋ ਨਾ ਉਹਨਾਂ ਨੂੰ, ਕਦੀ ਉਹਨਾਂ ਨੇ ਕਿਸੇ ਜਗ੍ਹਾ ਤੇ ਤੁਸੀਂ ਲਿਖ ਰਹੇ ਹੁੰਦੇ ਨੇ, ਕਮੈਂਟ ਕਰ ਰਹੇ ਹੁੰਦੇ ਨੇ ਵੀ ਗਾਲੀਬਾਜ਼ ਬਰਾੜ ਹੈ, ਮੈਂ ਉੱਤੇ ਨਹੀਂ ਕਦੀ ਉਹਨਾਂ ਕਦੀ ਕਿਸੇ, ਹਾਂ ਇਹਦਾ ਮਤਲਬ ਉਹ ਗੱਲ ਨਹੀਂ ਕੱਢਦੇ। ਤੇ ਇਹਦੀ ਤੁਸੀਂ ਇਹ ਤਿੰਨ ਬੰਦੇ ਅਗਰ ਤੁਸੀਂ ਬਹਾ ਕੇ ਤੇ ਕਿਸੇ ਨੂੰ ਦਾਅਵਾ ਦਿਓ ਕਿ ਯਾਰ ਇਹ ਬੰਦੇ ਆਏ ਨੇ, ਗਾਲਾਂ ਵੀ ਨਹੀਂ ਕੱਢਦੇ ਔਰ ਗੱਲ ਵੀ ਮੁਨਾਸਬ ਕਰਦੇ ਨੇ, ਆਓ ਇਹਨਾਂ ਦੇ ਸਵਾਲਾਂ ਦੇ ਜਵਾਬ ਦਿਓ, ਤੇ ਤੁਹਾਨੂੰ ਕੌਣ ਲੋਕੀ ਕਵੇ ਕਿ ਤੂੰ ਗਾਲੀਬਾਜ਼ ਬਣ, ਇਹਦਾ ਮਤਲਬ ਉਹਦੇ ਕੋਲ ਜਵਾਬ ਨਹੀਂ ਹੈ ਇਹਨਾਂ ਦੇ, ਉਹ ਜਵਾਬ ਦੇ ਨਹੀਂ ਸਕਦਾ, ਇਸ ਵਾਸਤੇ ਗੱਲ ਨਹੀਂ ਕਰਦਾ। ਤੁਸੀਂ ਆਪਣਾ ਸੈਸ਼ਨ ਚਲਾਓ, ਬਰਾਡ ਚਲਾਓ ਤੇ ਆਪਣੀ ਮਰਜ਼ੀ ਦੇ ਬੰਦੇ ਤੁਸੀਂ ਚੂਜ਼ ਕਰੋ। ਸਾਨੂੰ ਅਮਰਜ਼ੀਰ ਸਾਹਿਬ ਨੇ, ਸੈਯਦ ਜ਼ਫਰੁੱਲਾ ਸ਼ਾਹ ਸਾਹਿਬ ਨੇ, ਅਮੀਨੀ ਸਾਹਿਬ ਨੇ, ਤੁਸੀਂ ਕਿਸੇ ਦੋਸਤ ਨੂੰ ਮੈਂ ਇਹਨਾਂ ਨੂੰ ਬੁਲਾਓ, ਬਾ ਕੇ ਤੁਸੀਂ ਗੁਫ਼ਤਗੂ ਕਰਾਓ ਤਾਂ ਕਿ ਲੋਕਾਂ ਨੂੰ ਕੋਈ ਇਲਮ ਹਾਸਿਲ ਹੋਵੇ। ਤਾਹਿਰ ਸਾਹਿਬ, ਮਕਸਦ ਸਿਰਫ ਗਿਫਟਿੰਗ ਕਰਨਾ ਜਾਂ ਸਿਰਫ ਵਾਹ ਜੇ ਜੇਕਾਰ ਨਹੀਂ ਹੈਗਾ। ਕੋਈ ਮੈਂ ਅਸਲ ਦੁਨੀਆਦਾਰ ਬੰਦਾ ਨਹੀਂ ਨਾ ਯੂਸਫੀ ਸਾਹਿਬ, ਮੈਂ ਬੰਦਾ ਸ਼ਰੀਫ ਦਿਆ। ਦੇਖੋ ਤੁਸੀਂ ਸ਼ਰੀਫ ਬੰਦੇ ਤੇ ਹੋ, ਤੁਹਾਡੀ ਸ਼ਰਾਫਤ ਵਿੱਚ ਵੀ ਕੋਈ ਸ਼ੱਕ ਨਹੀਂ, ਤੁਹਾਨੂੰ ਬਹੁਤ ਐਪਰੀਸ਼ੀਏਟ ਕੀਤਾ ਸੀ ਲਾਸਟ ਟਾਈਮ ਵੀ, ਇਸ ਵਾਸਤੇ ਕਿ ਤੁਸੀਂ ਬੜਾ ਇੱਕ ਅੱਛਾ ਕੰਮ ਕੀਤਾ ਹੈ ਔਰ ਬੜੇ ਅੱਛੇ ਤਰੀਕੇ ਨਾਲ ਤੁਸੀਂ ਉਸ ਦਿਨ ਚੱਲੇ। ਲੇਕਿਨ ਜਿਸ ਤਰ੍ਹਾਂ ਹੀ ਤੁਸੀਂ ਹੋਲਡ ਕਿਸੇ ਹੋਰ ਨੂੰ ਦਿੱਤਾ ਤੇ ਉਹ ਪ੍ਰੋਗਰਾਮ ਸਾਰਾ, ਉਹ ਪੰਜਾਬੀ 'ਚ ਕਹਿੰਦੇ ਨੇ, ਵੜ ਗਿਆ। ਤੇ ਹੋਲਡ ਆਪਣੇ ਕੋਲ ਰੱਖੋ, ਆਪਣੀ ਮਰਜ਼ੀ ਦੇ ਨਾਲ ਸੈਸ਼ਨ ਚਲਾਓ, ਤੇ ਲੋਕੀ ਗੱਲ ਕਰਨਾ ਚਾਹੁੰਦੇ ਨੇ, ਆਉਂਦੇ ਨੇ, ਕਮ ਸੇ ਕਮ ਤੁਸੀਂ ਸੈਸ਼ਨ ਚਲਾਓ, ਬੁਲਾਓ, ਦੇਖੋ ਆਉਂਦੇ ਨੇ ਕਿ ਨਹੀਂ ਆਉਂਦੇ ਲੋਕੀ। ਤਰੀਕਾਕਾਰ ਤੇ ਇਹ ਵੇ, ਤੁਸੀਂ ਹੋਲਡ ਆਪਣੇ ਕੋਲ ਰੱਖੋ। ਜਦੋਂ ਹੋਲਡ ਹੀ ਕਿਸੇ ਹੋਰ ਨੂੰ ਕਰਨਾ, ਤੁਹਾਨੂੰ ਵੀ ਕੋਈ ਬੰਦਾ ਆਪਰੇਟ ਕਰ ਰਿਹਾ, ਤੁਹਾਨੂੰ ਪਿੱਛੋਂ ਕੋਈ ਮੈਸੇਜ ਕਰਕੇ ਜਾਂ ਫੋਨ ਤੇ ਕਹੀ ਜਾ ਰਿਹਾ। ਇਹਨਾਂ ਨਾਲ ਵੀ ਥੋੜਾ ਇਤਰਾਜ਼ ਹੈ ਕਿ ਇਹ ਥੱਲੇ ਬਹਿ ਕੇ ਲਿਖਦੇ ਰਹਿੰਦੇ ਨੇ ਗਾਲੀਬਾਜ਼ ਬਰਾੜ। ਕਈ ਵਾਰੀ ਇਹਨਾਂ ਨੂੰ ਰਿਕੁਐਸਟ ਪਾਈ ਦੀ ਹੈ ਤੇ ਜ਼ਫਰੁੱਲਾ ਸ਼ਾਹ ਸਾਹਿਬ ਉੱਤੇ ਨਹੀਂ ਆਉਂਦੇ ਤੇ ਥੱਲੇ ਲਿਖ ਦਿੰਦੇ ਨੇ ਗਾਲੀਬਾਜ਼ ਬਰਾੜ। ਉੱਤੇ ਕੌਣ ਹੁੰਦਾ ਜਿਨ੍ਹਾਂ ਦੇ ਬਾਰੇ ਲਿਖਦੇ ਨੇ? ਕਿਹੜਾ ਬੈਠੇ ਹੁੰਦਾ? ਨਹੀਂ, ਹੁਣ ਮੈਨੂੰ ਇਹ ਨਹੀਂ ਪਤਾ ਵੀ ਕੌਣ ਨਹੀਂ ਹੁੰਦਾ, ਪਰ ਇਹ ਤੇ ਸਾਰੀ ਬਰਾੜ ਨੂੰ ਲਿਖ ਦਿੰਦੇ ਨਾ ਗਾਲੀਬਾਜ਼ ਬਰਾੜ। ਨਹੀਂ, ਬਰਾੜ ਦੇ ਉੱਤੇ ਬੰਦੇ ਮੈਂ ਕਿਹਾ ਕਿਹੜੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਵਜ੍ਹਾ ਸ਼ਾਹ ਸਾਹਿਬ ਲਿਖਦੇ? ਸ਼ਾਹ ਸਾਹਿਬ ਤੇ ਇਸ ਤਰ੍ਹਾਂ ਨਹੀਂ ਕਹਿੰਦੇ। ਜੇ ਬੰਦੇ ਦੱਸੋ ਤੇ ਫਿਰ ਕੁਛ ਹਿਸਾਬ ਲਾਣੇ, ਵੰਡ ਵੇਤਰ ਲਾਣੇ। ਨਹੀਂ, ਹੁਣ ਅਮਰਜੀਤ ਸਾਹਿਬ ਜ਼ਰੂਰੀ ਤੇ ਨਾ ਵੀ ਕੌਣ ਬੈਠਾ, ਕੌਣ ਨਹੀਂ ਬੈਠਾ। ਮਕਸਦ ਹੈ ਕੁਝ ਤੇ ਗਾਲੀਬਾਜ਼ ਹੈ ਨੇ ਇੱਧਰ ਵੀ ਤੇ ਉੱਧਰ ਵੀ, ਇਹਦਾ ਇਨਕਾਰ ਤੇ ਨਹੀਂ ਨਾ ਅਸੀਂ ਕਰ ਸਕਦੇ। ਪਰ ਮੈਨੂੰ ਥੋੜੀ ਜਿਹੀ ਵਜ਼ਾਹਤ ਦੇ ਦੇਣ ਵੀ ਆ ਤੇ ਸ਼ਾਹ ਸਾਹਿਬ ਦੱਸ ਦੇਣ ਵੀ ਮੇਰੀ ਬਰਾੜ ਤੇ ਇਹਨਾਂ ਨੂੰ ਕਿੱਦਣ ਗਾਲੀ ਕੋਈ ਪਈ ਹੈ ਜਾਂ ਕਿੰਨੇ ਗਾਲ ਕੱਢੀ ਹੈ। ਜੀ ਤਾਹਿਰ ਸਾਹਿਬ, ਮੈਨੂੰ ਤੁਹਾਡਾ ਤਾਰਫ ਨਹੀਂ ਹੈ, ਹੁਣ ਤੁਹਾਡੀ ਗੁਫ਼ਤਗੂ ਸੁਣੀ ਹੈ, ਤੁਹਾਡਾ ਤਾਰਫ ਹੋਇਆ ਹੈ। ਜੀ ਉਹ ਬਰਾੜ ਮੇਰੀ 139 ਕਰ ਲੈ ਕਿ ਜਿਸ ਟਾਈਮ ਮੈਂ ਇੱਕ ਦੋ ਵਾਰੀ ਤੁਸੀਂ ਆਏ ਵੀ ਜੇ, ਮੈਂ ਅਰਜ਼ ਕਰਨਾ, ਜਿਸ ਟਾਈਮ ਮੈਂ ਗਾਲੀਬਾਜ਼ ਲਿਖੇ ਉਹ ਬਕਾਇਦਾ ਉੱਪਰ ਗਾਲੀਆਂ ਦਿੱਤੀਆਂ ਜਾ ਰਹੀਆਂ ਸਨ, ਬੜੇ ਹੀ ਯਾਨੀ ਸਖਤ ਅਲਫਾਜ਼। ਸਭ ਅਗਰ ਤੁਹਾਡਾ ਕਿਸੇ ਨਾਲ ਜ਼ਾਤੀ ਇਖਤਲਾਫ ਹੈ ਤੇ ਉਹਦੇ ਵਿੱਚ ਮੈਂ ਕੀ ਕਰ ਸਕਦਾ? ਮੈਂ ਕਦੋਂ ਕਰਿਆ ਤੁਸੀਂ ਕੁਝ ਕਰੋ? ਮੇਰੀ ਗੁਜ਼ਾਰਿਸ਼ ਸਿਰਫ ਹੈ ਤੁਹਾਡੀ ਬਰੌੜ ਤੇ ਜਦੋਂ ਕੋਈ ਬੰਦਾ ਉੱਥੇ ਬੈਠ ਕੇ ਗਾਲੀਆਂ ਦੇ ਰਹੇ ਹੋਵੇਗਾ ਤੇ ਮੈਂ ਉਹਦੀ ਤਾਰੀਫ ਕਰਾਂ ਜਾਂ ਉਹਨੂੰ ਗਾਲੀਬਾਜ਼ ਲਿਖਾਂ? ਇਹ ਦੱਸੋ ਮੈਨੂੰ। ਨਹੀਂ, ਤੁਸੀਂ ਉਹਦਾ ਨਾਮ ਮੈਂਸ਼ਨ ਕਰੋ ਨਾ ਵੀ ਇਹ ਬੰਦਾ ਮੈਨੂੰ ਗਾਲੀ ਦੇ ਰਿਹਾ। ਜੇ ਮੈਂ ਉਹਨੂੰ ਨਾਮ ਲਿਖ ਕਰਾਂ ਤਾਂ ਤੁਸੀਂ ਹੁਣ ਫੈਸਲਾ ਇਹ ਸਾਥੀ ਜਿੰਦੀ ਬਰੌੜ ਵਿੱਚ ਕਿਸੇ ਨੂੰ ਗਾਲੀ ਦਿੱਤੀ ਜਾ ਰਹੀ ਹੋਵੇ, ਉਹ ਗਾਲੀ ਦੇਣ ਵਾਲਾ ਵੀ ਜ਼ਿੰਮੇਦਾਰ ਹੈ ਤੇ ਜਿਹੜੀ ਇਸ ਬਰੌੜ ਵਿੱਚੋਂ ਨਸ਼ਰੀਆਤ ਹੋ ਰਹੀਆਂ ਨੇ, ਕਿਆ ਉਹ ਜ਼ਿੰਮੇਦਾਰ ਹੋਏਗੀ ਜਾਂ ਨਹੀਂ ਹੋਏਗੀ? ਮੇਰਾ ਇਹ ਸਵਾਲ ਹੈ। ਸ਼ਾਹ ਸਾਹਿਬ, ਜਿਹੜੇ ਐਡਮਿਨਿਸਟ੍ਰੇਟਰ ਬਣਾਏ ਜਾਂਦੇ ਨੇ ਬੰਦੇ, ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਥੱਲੇ ਵੇਖਣਾ ਜਾਂ ਉੱਤੇ ਵੇਖਣਾ ਜਾਂ ਮਿਊਟ ਕਰਨਾ ਜਾਂ ਬੰਦੇ ਨੂੰ ਲਾਹਣਾ ਜਾਂ ਝੁਕਣਾ। ਹੁਣ ਮੈਂ ਵੀ ਸਾਰੇ ਕਮੈਂਟ ਵੀ ਨਹੀਂ ਪੜ੍ਹ ਸਕਦਾ ਵੀ ਕੋਈ ਕੀ ਕਰ ਰਿਹਾ, ਕੋਈ ਥੱਲੇ ਕੀ ਕਮੈਂਟ ਦੇ ਰਿਹਾ। ਇੰਨੇ ਬੰਦੇ ਲੋਕਾਂ ਦੇ ਉੱਥੇ ਬਹਿ ਕੇ ਤੇ ਕਮੈਂਟ ਕਰਦੇ ਨੇ, ਉਹ ਸਾਰੇ ਧਿਆਨ ਤੇ ਨਹੀਂ ਨਾ ਦੇ ਸਕਦੇ ਕਮੈਂਟਾਂ ਦੇ ਬਾਰੇ। ਗੱਲ ਵੇ ਕਿ ਮੈਂ ਜਿਹੜਾ ਬੰਦਾ ਕਿਸੇ ਦਾ ਮੁਖਾਲਫ ਹੋਏ ਉਹਦੇ ਕਮੈਂਟ ਲਾਜ਼ਮੀ ਬੰਦਾ ਵੇਂਦਾ ਵੀ ਇਹ ਕੀ ਲਿਖ ਰਿਹਾ। ਨਹੀਂ, ਮੇਰੀ ਗੁਜ਼ਾਰਿਸ਼ ਤੁਸੀਂ ਥੱਲੇ ਦੇ ਲਿਖਦੇ ਜੇ ਗਾਲੀਬਾਜ਼, ਜੀ ਮੈਂ ਤੇ ਤੁਹਾਡੇ ਲਾਜ਼ਮੀ ਵੇਖਾਂਗਾ। ਜੀ ਮੈਂ ਹੁਣ ਇੱਥੇ ਮੈਨੂੰ ਕੋਈ ਜੋ ਮਰਜ਼ੀ ਲਿਖ ਰਿਹਾ ਤੇ ਮੈਂ ਨਹੀਂ ਗੌਰ ਕਰ ਰਿਹਾ। ਮੈਂ ਅਰਜ਼ ਕਰਨਾ, ਅਗਰ ਇਸ ਬਰੌੜ ਦੇ ਜਿਹੜੇ ਬੰਦੇ ਅਲਾਮਾ ਬੰਦਾ, ਇੱਕ ਆਲਮ ਫਜ਼ਲ ਬੰਦਾ, ਉਹ ਇਹੋ ਜੀ ਲੈਂਗੁਏਜ ਇਸਤੇਮਾਲ ਕਰੇਗਾ ਤੇ ਫਿਰ ਮੈਂ ਕੀ ਸਮਝਾਂਗਾ ਵੀ ਉਹ ਮੇਰੇ ਬਾਰੇ ਹੈ ਨਜ਼ਰੀਆ ਰੱਖਦਾ। ਨਹੀਂ, ਉਹਦੇ ਬਾਰੇ ਹੈ ਜਿਹੜਾ ਗਾਲੀ ਦੇ ਰਿਹਾ ਤੇ ਜਿੰਦੀ ਬਰੌੜ ਤੋਂ ਮੇਰੀ ਹੁਣ ਸੁਣਾ ਨਾ, ਅਗਰ ਮੈਂ ਬਾਕੀ ਹਜ਼ਰਾਤ ਦੀ ਅਗਰ ਮੇਰੀ ਰਹਿਨਮਾਈ ਕਰਨਗੇ, ਅਗਰ ਮੇਰੀ ਕੋਈ ਗਲਤੀ ਹੋਏਗੀ ਤਾਂ ਮੈਂ ਐਡਮਿਟ ਕਰਾਂਗਾ। ਅਗਰ ਕਿਸੇ ਬਰੌੜ ਦੇ ਉੱਪਰ ਬਾਕਾਇਦਾ ਤੌਰ ਤੇ ਬਾਈ ਨੇਮ ਗਾਲੀ ਦਿੱਤੀਆਂ ਜਾ ਰਹੀਆਂ ਹੋਣ ਤੇ ਉਸ ਬਰੌਡ ਨੂੰ ਬੰਦਾ ਕੀ ਆਕੇ?
ਕਿ ਮੁਅੱਜ਼ਬ ਬਰਾੜ ਹੈ ਜਾਂ ਗਾਲੀਬਾਜ਼ ਬਰਾੜ ਹੈ? ਮੇਰਾ ਤਾਂ ਇਹ ਸਵਾਲ ਹੈ। ਅਗਰ ਤੁਸੀਂ ਉਸ ਟਾਈਮ ਮੌਜੂਦ ਨਹੀਂ ਹੋ, ਦਾएं ਬਾएं ਹੋ, ਤਾਂ ਫਿਰ ਤਾਂ ਠੀਕ ਹੈ। ਲੇਕਿਨ ਤੁਸੀਂ ਅਗਰ ਉਸ ਬਰਾੜ ਦੇ ਹੋਸਟ ਹੋ ਔਰ ਉਹਦੇ ਵਿੱਚ ਤੁਸੀਂ ਅਲਾਓ ਇੱਕ ਬੰਦੇ ਨੂੰ ਕਰ ਰਹੇ ਹੋ ਕਿ ਬੜੀ ਗਲੀਜ਼ ਗੁਫ਼ਤਗੂ ਕਰ ਰਹੇ ਹੋ ਉਸ 'ਤੇ ਬੰਦਾ, ਤੇ ਉਸ ਬਰਾੜ ਨੂੰ ਹੁਣ ਮੈਂ ਕੀ ਕਹਾਂ? ਮੇਰਾ ਇਹ ਸਵਾਲ ਹੈ। ਹਾਂ, ਇਹ ਕਦੀ ਸਾਬਤ ਕਰ ਦਿਓ ਕਿ ਜਿਹੜੀ ਬਰਾੜ ਨਾਰਮਲ ਇਲਮੀ ਗੁਫ਼ਤਗੂ ਜਾਰੀ ਹੈ ਤੇ ਮੈਂ ਉਹਦੇ ਤੇ ਲਿਖਿਆ ਹੋਵੇ। ਅੱਜ ਉਸੇ ਬੰਦੇ ਨੇ, ਜਿਸ ਬੰਦੇ ਨੇ ਜ਼ਿਆ ਰਸੂਲ ਸਾਹਿਬ ਦੇ ਬਾਰੇ ਕਿੰਨੇ ਸਖਤ ਅਲਫਾਜ਼ ਇਸਤੇਮਾਲ ਕੀਤੇ ਨੇ, ਉਹਨੂੰ ਕਿਸੇ ਨੇ ਨਹੀਂ ਰੋਕਿਆ। ਹਾਲਾਂਕਿ ਉਹ ਤੇ ਅਥੂ ਨੁਕਸਾਨ। ਅਤੇ ਅਗਰ ਗੌਰ ਕੀਤਾ ਜਾਏ ਨਾ, ਅਗਰ ਕੋਈ ਅਕਲ ਵਾਲੇ ਬੰਦੇ ਹੋਣ ਨਾ, ਉਹਦੇ ਨਾਲ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਉਹ ਸੋਚ ਰਹੇ ਨੇ ਕਿ ਉਹ ਜਿਹੜਾ ਬੰਦਾ ਜਿਹਨੇ ਜ਼ਿਆ ਰਸੂਲ ਸਾਹਿਬ ਨੂੰ ਗਾਲੀਆਂ ਦਿੱਤੀਆਂ ਸਖਤ, ਉਹਨੇ ਕੋਈ ਮੁਸਲਮਾਨਾਂ ਦਾ ਨੁਕਸਾਨ, ਉਹਨਾਂ ਤੇ ਆਪਣਾ ਬੇੜਾ ਰੋੜ ਦਿੱਤਾ। ਯਾਨੀ ਉਹਨਾਂ ਤੇ ਆ ਕੇ ਵੀ ਜਦੋਂ ਇਹ ਬੰਦਾ ਇਸ ਵਾਸਤੇ ਆਇਆ, ਜਦੋਂ ਲਾਜਵਾਬ ਹੋ ਗਏ, ਕੱਲੇ ਜ਼ਿਆ ਰਸੂਲ ਸਾਹਿਬ ਨੇ 7 ਬੰਦਿਆਂ ਨੂੰ ਘੇਰ ਲਿਆ ਤੇ ਉਹਨਾਂ ਨੇ ਕੋਈ ਰਸਤਾ ਨਹੀਂ ਰਹਿ ਗਿਆ, ਤੇ ਇੱਕ ਗਾਲੀਬਾਜ਼ ਨੂੰ ਉਹਨਾਂ ਨੇ ਬੁਲਾਇਆ ਹੈ। ਉੱਥੇ ਆ ਕੇ ਉਹਨੇ ਜ਼ਿਆ ਰਸੂਲ ਸਾਹਿਬ ਨੂੰ ਬੁਰਾ ਭਲਾ ਕਿਹਾ ਤੇ ਡ੍ਰੌਪ ਕਰ ਦਿੱਤਾ। ਇਹ ਤੁਸੀਂ ਦੱਸੋ, ਇਹ ਨੁਕਸਾਨ ਕਿੰਦਾ ਹੋਇਆ? ਲੇਕਿਨ ਗਾਲੀਬਾਜ਼ ਨੂੰ ਤੇ ਗਾਲੀਬਾਜ਼ ਕਹਿਣਾ ਹੀ ਪਏਗਾ ਨਾ। ਹਾਂ, ਸ਼ਰੀਫ ਆਦਮੀ ਨੂੰ ਅਗਰ ਗਾਲੀਬਾਜ਼ ਕਵੀਏ ਤੇ ਉਹ ਅਸੀਂ ਮੁਜਰਮ ਆ, ਉਹ ਚਲੋ ਠੀਕ ਹੈ। ਮੇਰੇ ਨਾਲ ਸ਼ਾਹ ਸਾਹਿਬ ਕੋ ਬਾਹਰ ਆਏ, ਅਗਰ ਤੁਹਾਡੀ ਪਰ ਮੈਂ ਹੁਣ ਦੇਖੋ, ਹੁਣ ਤੁਸੀਂ ਜਿਸ ਅੰਦਾਜ਼ ਨਾਲ ਅੱਛੇ ਸਿਵਲਾਈਜ਼ਡ ਅੰਦਾਜ਼ ਨਾਲ ਕੀਤੀ ਗੱਲ, ਮੈਨੂੰ ਸਮਝ ਆ ਗਈ। ਬਾਹਰ ਬੈਲ ਹੋ ਰਹੀ ਹੈ, ਮੈਂ ਦਰਵਾਜ਼ਾ ਖੋਲ ਜਾਓ, ਤੁਸੀਂ ਜਾਓ ਤੇ ਆਇੰਦਾ ਮੈਂ ਤੁਹਾਡਾ ਖਿਆਲ ਰੱਖਾਂਗਾ, ਤੁਹਾਡੀ ਬਰਾੜ ਦਾ ਕੋਈ ਮਸਲਾ ਨਹੀਂ ਹੈ। ਤੇ ਤੁਸੀਂ ਅੱਜ ਇਸ ਅੰਦਾਜ਼ ਨਾਲ ਗੱਲ ਕੀਤੀ ਹੈ ਤੇ ਬਾਜ਼ ਬੰਦੇ ਜਿਹੜੀ ਉਹ ਬਦਮਾਸ਼ੀ ਦਿਖਾਉਂਦੇ ਨਾ, ਉਹ ਸਮਝਦੇ ਨੇ ਅਸਾਂ ਕੋਈ ਮਾਰਕਾ ਮਾਰ ਲਿਆ। ਨਹੀਂ, ਜਿਨ੍ਹਾਂ ਨੂੰ ਅੱਲਾ ਨੇ ਹਿਦਾਇਤ ਦੇਣੀ ਹੁੰਦੀ ਹੈ, ਉਸ ਤੁਹਾਡੇ ਉਹਨਾਂ ਜੁਮਲਿਆਂ ਤੋਂ ਜਿਹੜਾ ਹੈ ਨਾ, ਉਹਨੂੰ ਬੜਾ ਕੁਝ ਮਿਲ ਜਾਂਦਾ ਹੈ। ਅੱਜ ਵੀ ਜਿਹੜਾ ਬਰਾੜ ਤੇ ਤੁਸੀਂ ਕਿਰਦਾਰ ਅਦਾ ਕੀਤਾ ਹੈ, ਅਗਰ ਤੁਹਾਡੇ ਅੰਦਰ ਕੋਈ ਬਾਜ਼ਮੀਰ ਇੱਕ ਵੀ ਬੰਦਾ ਹੋਵੇਗਾ, ਉਹ ਕਹੇਗਾ ਯਾਰ ਤੁਹਾਡੇ ਅੰਦਰ ਅੱਜ ਤੁਹਾਡਾ ਕੱਖ ਨਹੀਂ ਰਿਹਾ। ਅਗਰ ਉਹ ਕਾਦੀਆਨੀ ਵੀ ਹੋਵੇ, ਲੇਕਿਨ ਬਾਜ਼ਮੀਰ ਕੋਈ ਥੋੜੀ ਬਹੁਤ ਉਹਦੇ ਅੰਦਰ ਜ਼ਮੀਰ ਦੀ ਰੱਤੀ ਹੋਏ ਨਾ, ਤੇ ਅੱਜ ਜਿਹੜਾ ਤੁਸੀਂ ਉੱਥੇ ਜ਼ਿਆ ਰਸੂਲ ਸਾਹਿਬ ਨਾਲ ਰਵੱਈਆ ਇਖਤਿਆਰ ਕੀਤਾ ਹੈ, ਤੁਸੀਂ ਤਾਂ ਜੀਣ ਦੇ ਮਤਲਬ ਕਾਬਿਲ ਨਹੀਂ ਹੋ। ਇਸ ਐਤਬਾਰ ਨਾਲ ਕਿ ਤੁਹਾਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਕਿ ਕੱਲਾ ਬੰਦਾ, ਕੱਲਾ ਮੁਸਲਮਾਨ, ਔਰ ਉਹਨੇ ਹੌਸਲੇ ਨਾਲ ਤੁਸੀਂ ਉਹਨੂੰ ਜ਼ਿੱਚ ਵੀ ਕਰ ਰਹੇ ਹੋ, ਉਹ ਇਹ ਕਰਕੇ ਵੀ ਕਹਿ ਰਹੇ ਹੋ। ਇੱਕ ਬੋਲਦਾ ਹੈ, ਫਿਰ ਉਹ ਦੂਜਾ ਬੋਲਦਾ ਹੈ, ਫਿਰ ਤੀਜਾ ਬੋਲਦਾ ਹੈ, ਫਿਰ ਚੌਥਾ ਬੋਲਦਾ, ਤੇ ਜ਼ਿਆ ਰਸੂਲ ਸਾਹਿਬ ਨੇ ਤੁਹਾਨੂੰ ਇੱਕ ਸਖਤ ਜੁਮਲਾ ਨਹੀਂ ਆਖਿਆ। ਮੈਂ ਉਹਨਾਂ ਨੂੰ ਇਸ ਗੱਲ ਦੇ ਵੀ ਦਾਤ ਦੇਣਾ, ਉਹ ਮਾਈਕ ਤੁਸੀਂ ਮਿਊਟ ਕੀਤਾ ਹੈ, ਉਸ ਬੰਦੇ ਨੇ ਕਿਹਾ ਠੀਕ ਹੈ ਕੋਈ ਨਹੀਂ, ਜਦੋਂ ਕਹੋਗੇ ਮੈਂ ਗੱਲ ਕਰ ਲਾਂਗਾ। ਯਾਨੀ ਇਸ ਹੱਦ ਤੱਕ ਵੀ ਤੁਹਾਡੀ, ਤੁਸੀਂ ਉਦੋਂ ਕਹਿੰਦੇ ਸਾਡੀ ਬੜੀ ਤਰਬੀਅਤ ਹੈ, ਇਹ ਖਾਕ ਤਰਬੀਅਤ ਹੈ ਤੁਹਾਡੀ। ਤੁਸੀਂ ਤਾਂ ਤਰਬੀਅਤ ਦੇ ਨੇੜੇ ਵੀ ਨਹੀਂ ਗੁਜ਼ਰੇ। ਅਗਰ ਕੋਈ ਯਾਨੀ ਦੂਸਰਾ ਈਵਨ ਕੋਈ ਦਹਿਰੀਆ ਵੀ ਹੁੰਦਾ ਨਾ, ਤੁਹਾਡਾ ਤਾਂ ਨਾਮ ਨਿਯਾਦ ਦਾਵੇ ਨੇ, ਅਗਰ ਕੋਈ ਮੁਲਹਿਦ ਵੀ ਹੁੰਦਾ ਨਾ, ਉਹਨਾਂ ਦੇ ਵੀ ਕੋਈ ਉਸੂਲ ਜ਼ਾਬਤੇ ਹੁੰਦੇ ਨੇ। ਅਗਰ ਕੋਈ ਅੱਲਾ ਨੂੰ ਨਹੀਂ ਵੀ ਮੰਨਣ ਵਾਲੇ ਹੁੰਦੇ, ਅਸੀਂ ਇੱਥੇ ਯੂਰਪ ਵਿੱਚ ਕਹੀਏ ਤੇ ਸਾਨੂੰ ਮੁਲਹਿਦ ਮਿਲਦੇ ਨੇ, ਲੇਕਿਨ ਉਹਨਾਂ ਦੇ ਕੋਈ ਉਸੂਲ ਹੁੰਦੇ ਨੇ। ਤੁਹਾਡਾ ਤਾਂ ਅੱਜ ਕੋਈ ਅਸੂਲ ਦਾ, ਇਹਨੂੰ ਅਸੂਲ ਕਹਿੰਦੇ ਹੋ ਤੁਸੀਂ, ਇਹਨੂੰ ਮੁਹੱਜ਼ਬ ਦੁਨੀਆ ਕਹਿੰਦੇ ਹੋ ਕਿ ਇੱਕ ਬੰਦੇ ਨੂੰ ਤੁਸੀਂ 7 ਪੈ ਗਏ ਹੋ, ਫਿਰ 7 ਨੂੰ ਉਹਨੇ ਤੁਹਾਨੂੰ ਨੌਕਆਊਟ ਕੀਤਾ ਹੈ, ਫਿਰ ਤੁਸੀਂ ਇੱਕ ਗਾਲੀਬਾਜ਼ ਫਿਰ ਇੱਕ ਤੁਸੀਂ ਗਾਲੀਬਾਜ਼ ਬੁਲਾ ਲਿਆ, ਉਹਦੇ ਕੋਲ ਬੁਰਾ ਭਲਾ ਕਰਵਾ, ਫਿਰ ਉਹਦੀ ਤੁਸੀਂ ਤਾਈਦ ਵੀ ਕਰ ਰਹੇ ਹੋ, ਉਹਨੂੰ ਤਹਿਸੀਨ ਵੀ ਦੇ ਰਹੇ ਹੋ ਕਿ ਕਿਆ ਕਮਾਲ ਕੀਤਾ ਜੀ ਤੁਸੀਂ ਅੱਜ ਜ਼ਿਆ ਰਸੂਲ ਨੂੰ, ਕਿਆ ਤੁਸੀਂ ਜੁਮਲੇ ਆਖੇ ਨੇ। ਇਹ ਤੁਹਾਡੀ ਤਹਿਜ਼ੀਬ ਹੈ, ਇਹ ਤੁਹਾਡੀ ਤਰਬੀਅਤ ਹੈ। ਫਿਰ ਹੁਣ ਤੁਸੀਂ ਥੱਲੇ ਡ੍ਰੌਪ ਕਰ ਦਿੱਤਾ। ਤੁਸੀਂ ਤੇ ਆਪਣੇ ਪੈਰਾਂ ਤੇ ਆਪਣੀ ਜੜ ਖੁਦ ਕੱਟੀ। ਇੱਧਰ ਜ਼ਿਆ ਰਸੂਲ ਸਾਹਿਬ ਨੂੰ ਕੀ ਨੁਕਸਾਨ ਹੋਇਆ, ਜਾਂ ਕਿਸੇ ਹੋਰ ਨੂੰ ਗਾਲਾਂ ਕੱਢੋਗੇ ਤੇ ਕੀ ਫਰਕ ਪੈ ਗਿਆ? ਗਾਲਾਂ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਇਸ ਵਾਸਤੇ ਅਗਰ ਤੁਸੀਂ ਤਨਾਈਜ ਸੋਚੋ ਤੇ ਤੁਸੀਂ ਤਾਂ ਆਪਣੇ ਨਾਲ ਬੜਾ ਜ਼ੁਲਮ ਕਰ ਚੁੱਕੇ ਹੋ ਕਿ ਤੁਸੀਂ ਤਾਂ ਆਪਣੀ ਪੂਰੀ ਤੁਹਾਡੇ ਤੇ ਯਾਨੀ ਤੁਹਾਡੇ 7 ਮੁਰੱਬੀ ਜਾਂ 7 ਜਿਹੜੇ ਡਿਬੇਟਰ ਨੇ, ਉਹ ਬਿਲਕੁਲ ਅੱਗੋਂ ਵਿਚਾਰੇ ਇੰਝ ਸਨ, ਪਸੀਨਾ ਛੁੱਟਿਆ ਹੋਇਆ ਸੀ ਉਹਨਾਂ ਨੂੰ। ਇੱਕ ਜਿਹੜਾ ਬੋਲਦਾ ਸੀ ਉਹ ਕਹਿੰਦਾ ਤੂੰ ਗਲਤ ਕਿਹਾ, ਉਹ ਬੱਟ ਸਾਹਿਬ ਨੂੰ ਕਹਿੰਦੇ ਤੈਨੂੰ, ਉਹ ਇੱਕ ਜਿਹੜਾ ਰਾਣਾ ਸਾਹਿਬ, ਉਹ ਬੱਟ ਸਾਹਿਬ ਨੂੰ ਕਹਿੰਦੇ ਉਹ ਬੱਟ ਯਾਰ ਤੈਨੂੰ ਤਾਂ ਅੱਧੇ ਘੰਟੇ 'ਚ ਗੱਲ ਹੀ ਨਹੀਂ, ਤੂੰ ਦਲੀਲ ਹੀ ਕੋਈ ਨਹੀਂ ਦਿੱਤੀ, ਤਾਂ ਮੈਂ ਮਜਬੂਰਨ ਬੋਲਿਆ। ਤੁਸੀਂ ਤਾਂ ਖੁਦ ਆਪਣੀ ਸ਼ਿਕਸਤ ਦਾ ਉੱਥੇ ਐਲਾਨ ਕੀਤਾ, ਤੇ ਹੁਣ ਅਸਾਂ ਕੀ ਕਰੀਏ ਤੁਹਾਡਾ? ਇਸ ਵਾਸਤੇ ਜਿਹੜਾ ਕੋਈ ਮੁਅੱਜ਼ਬ ਬੰਦਾ ਹੋਏਗਾ, ਅਸੀਂ ਬਿਲਕੁਲ ਉਹਦੇ ਨਾਲ ਉਸੇ ਹਵਾਲੇ ਨਾਲ ਕਰਾਂਗੇ। ਲੇਕਿਨ ਜਿਹੜਾ ਕੋਈ ਗਾਲੀਬਾਜ਼ ਹੋਏਗਾ ਤਾਂ ਉਹਨੂੰ ਤਾਂ ਫਿਰ ਗਾਲੀਬਾਜ਼ ਮਜਬੂਰੀ, ਉਹਨੂੰ ਗਾਲੀਬਾਜ਼ ਕਹਿਣਾ ਪਏਗਾ ਜੀ। ਠੀਕ ਹੈ ਜਨਾਬ, ਬਹੁਤ शुक्रिया। मैं छोटी सी बात कर सकता हूँ? जी होश से पूछ ले, करें आप जी। ज़िया रसूल भाई, मैं आपको मुबारकबाद देने लगा था, फिर वो जो है मैं जहन से निकल गई। बहुत बहुत मुबारकबाद। और ज़िया रसूल भाई देखें, ये जो दूसरी फतह आपने की है ना, आज जो मेन फतह की है, आपने जब कहा कि अगर आगे पीछे से आप हवाले पेश करेंगे तो फिर मैं मिर्ज़ा साहब का हवाला पेश करूंगा, तो उस पर जवाब आपको क्या मिला? आपको जवाब ये मिला कि अब ये बकवास पर उतरा है, यानी कि मिर्ज़ा साहब का हवाला पेश करना उनके नज़दीक बकवास करना है।
आज मुझे ज़िया रसूल भाई 7 साल बाद समझ आई कि क्यों कादियानी जो है मुझे जो है मुझसे गुफ्तगू नहीं करते। यानी कि मैं ये समझ रहा हूँ कि मेरे साथ उनकी कोई दुश्मनी है ज़ाती, मुझे वो पसंद नहीं करते या मेरे तर्ज बयान को नहीं पसंद करते। और असल बात ये थी कि उनके नज़दीक असूल ये है कि मिर्ज़ा साहब की बात पेश की जाए तो वो बकवास पेश करना है। देखिए इतने अरसे बाद ये बात, काश कि ये पहले पता चल जाती तो मैं पेश ही ना करता। तो मूसा साहब जानना चाहते हैं कि हुआ क्या है। मूसा साहब वो थोड़ा सा ना आपके वो जो ब्राड है ना, राणा कमर की ब्राड, उधर जाके चेक करें हुआ क्या है। कुछ पतंगों की लाशें पड़ी हैं पर किसी के जलाए हुए हैं। जाके देखें वहां पर जो लाशें पड़ी हैं ना, उनसे पूछें जाके कि वहां क्या हुआ है, वहां पता करें। यहाँ हम उसकी वजाहत नहीं कर सकते। वो सदीक ने आगे कहा था ना, जब वो रुक्का लेके गया था ना मिर्ज़ा साहब के पास, अबुल्फा मौलाना सनाउल्लाह अमृतसरी का, तो उसने कहा था कुछ बातें देखने से ताल्लुक़ रखती हैं, वो बयान करने से ताल्लुक़ नहीं रखती हैं। जिस तरह मिर्ज़ा साहब के हालात दगरगुं हुए पड़े थे ना, इस तरह की बात ज़बान से बयान करनी मुमकिन नहीं है, आंखों से देखने से ताल्लुक़ रखती है बात। बस ऐसा ही है कि उस बराड पे तशरीफ़ ले जाएं मूसा साहब, मुसव्वर साहब, जाके देख लें वहाँ पर क्या हुआ है। ये बयान करने के काबिल नहीं है बात। बड़ा माड़ा कम हुआ आज। आप काफ़ी देर से ऊपर हैं, बात कर लें बारी बारी। हम काफ़ी कॉलें आ रही हैं तो साथियों को मौका दे रहे हैं, आप बात कर लें जो करना चाहते हैं। इसलिए शफलिंग हो रही है कि नीचे जो कॉलें लोग डाल रहे हैं उनको मौका देना है। तारीखी जिल्लत जो मिर्ज़ाइयों की हुई है उस पर जो आप कहना चाहते हैं, बिस्मिल्लाह कहें। आमिर भाई अस्सलाम वालेकुम, क्या हाल है? ठीक ठाक है। मैं भी 4-5 ਦਿਨਾਂ ਤੋਂ ਉਹਨਾਂ ਦੀ ਬਰੋਡ ਤੇ ਜਾਣਾ, ਉਹ ਮੈਨੂੰ ਲਾ ਦਿੰਦੇ ਨੇ। ਮੇਰੇ ਕੋਲ 2-3 ਸਵਾਲ ਹੀ ਹੁੰਦੇ ਨੇ ਤੇ ਉਹਨਾਂ ਕੋਲ ਜਵਾਬ ਕੋਈ ਨਹੀਂ ਹੁੰਦਾ, ਮੈਨੂੰ ਬਸ ਉਹ ਤਮੀਜ਼ੀ ਕਰਕੇ ਲਾ ਦਿੰਦੇ ਨੇ ਭਾਈ। ਬਾਕੀ ਜ਼ਬਰਦਸਤ ਕੰਮ ਕਰ ਰਹੇ ਹੋ ਤੁਸੀਂ, ਕਰ ਰਹੇ ਨਾ, ਠੀਕ ਰੱਖੋ। ठीक है, जज़ाकल्लाह। यार रसूल भाई वैसे जो आयत आपने पेश की नकड़ा का आपने वहीं से निकाल दिया, उनकी वहम गुमान में भी नहीं था कि ये आप ये आयत पेश करेंगे। और वो जो आपने पेश कर दी ना, तो यकीन करें कि जो 6-7 बंदे आए ना, मैं बिल्कुल न्यूट्रल होकर ये बात कर रहा हूँ, जो नीचे का यानी सुन रहे हैं। यही मेरी बात सुने, नुकसान तो उनका हुआ ना, बंदे पूरे रखें जितने बंदे हैं। 11 बंदे थे, 6-7 11 बंदे। अच्छा वो 11 जो आए ना ज़िया रसूल भाई, अच्छा ये आई क्वेस्ट हैं, इनका जरा सुन लें। फिर ये आए हैं, काफी देर से उन्होंने भी कॉल की हुई थी। जी सारे के सारे लाजवाब और बुरी तरह लाजवाब हुए हैं। और मैं जो है ये बिल्कुल न्यूट्रल होकर बात कर रहा हूँ। ये बहुत बड़ी फतह है आपकी। और जिस अंदाज में उन्होंने उकसाने की कोशिश की कि किसी तरह वो हायर मॉरल ग्राउंड ले लें, आपसे कोई सख्त जुमला कहलवा कर, तो वो कोई बहाना बना लें। और आखिर जब उन्होंने आपको वहाँ से जो है नीचे उतारा, तो उस वक्त भी कोई बहाना नहीं था उनके पास। नोट करें कि वो कहते कि इस वजह से बंदे ने ये बात कर दी है या सख्त बात कर दी है। बस आपने कहा कि मैं मिर्ज़ा साहब को पेश करूंगा अगर आप आगे पीछे गए तो, क्योंकि ये असूल के खिलाफ है। तो उन्होंने कहा बकवास नहीं करनी, बकवास पर उतर आए। उसने फौरन वो भी उन्होंने खुद जो है गलत अल्फाज इस्तेमाल करके तो जो है आपको साइड पर किया। तो मैं मुबारकबाद भाई को पेश करता हूँ। यानी कि अरसे के बाद एक मनाजरा देखने का इत्तेफाक हुआ। और यकीन करें आपने तो आज उनके कड़ाके निकाल दिए, वो अभी तक पीट रहे हैं कि ये क्या हो गया। आई क्वेस्ट आपको मेरी आवाज़ आ रही है? जी वो भाईजान मान भाई बोल रहे थे, इसलिए मैंने अपना माइक नहीं ओपन किया। अच्छा चले करे बात आपके। ज़िया भाई को पहले तो मुबारकबाद, आज तो बहुत ही सुरूर है। वो तो अभी तक सकते में है कि रायत आ कहाँ से गई है, या हमने क्यों नहीं पढ़ी, हमारी बुक में क्यों नहीं लिखी हुई। तो ये तो बहुत अच्छा दिन था आज हमारे लिए। और सलमान भाई के रात को भी मैंने सुना, सलमान भाई को भी सलाम और मुबारकबाद, और आमिर नज़ीर भाई को भी, और ज़िया भाई को भी मुबारकबाद। बहुत शुक्रिया। मुझे भी दे दे मुबारकबाद। अच्छा यार ये सारियां मुबारक होया कि बंदे ला रहे दसिया है कुछ पतंगों की लाशें पड़ी हैं पर किसी के जलाए हुए। तो जाके देखो होया कि अस्सलाम वालेकुम। 70 रुपया नहीं मैं आमिर भाई अस्सलाम वालेकुम मोहम्मद अवैस साहब। बंदे अच्छा, एक पूरे मिनट, कर लेंगे फिर करने।
ਉਸਮੇ ਭਾਈ ਮੈਂ ਮੁਹੰਮਦ ਉਹ ਵੈਸ ਇੱਕ ਮੋਬਾਈਲ ਤੋਂ ਕਮੈਂਟ ਕੀਤਾ ਹੈ ਤੇ ਮੈਂ ਲਿਖਿਆ ਥੱਲੇ, ਮੈਂ ਕਿਹਾ ਯਾਰ ਇਹ ਆਇਤ ਸਾਡੀ ਪਾਗਲ ਬੋਲ ਕੋਣੀ ਹੈ ਤੇ ਦੂਸਰੀ ਆਇਤ ਪੇਸ਼ ਕਰੋ ਹਾਤਮ ਨਬੀ ਇਹਨਾਂ ਦੀ। ਉਹਨਾਂ ਮੈਨੂੰ ਬਲਾਕ ਕਰ ਦਿੱਤਾ। ਫਿਰ ਮੈਂ ਦੂਸਰਾ ਮੋਬਾਈਲ ਕੱਢਿਆ, ਉੱਥੋਂ ਮੈਂ ਕੀਤਾ ਉਹਨਾਂ ਨੇ ਕਮੈਂਟ, ਮੈਂ ਕਿਹਾ ਲੋ ਜੀ ਹੁਣ ਸਾਨੂੰ ਆ ਗਿਆ ਤੇ ਹੁਣ ਖੱਚ ਵੱਜ ਜਾਣੀ। ਉਹਨਾਂ ਮੇਰਾ ਉਹ ਵੀ ਬਲਾਕ ਕਰ ਦਿੱਤਾ। ਫਿਰ ਮੈਂ ਤੀਸਰਾ ਮੋਬਾਈਲ ਕੱਢਿਆ ਤੇ ਉਹ ਵੀ ਬਲਾਕ ਹੋ ਗਿਆ। 3 ਮੋਬਾਈਲ ਮੇਰੇ ਉਹਨਾਂ ਬਲਾਕ ਕੀਤੇ ਨੇ। ਹੁਣ ਦੱਸੋ ਮੈਂ ਕਿੱਥੇ ਜਾਵਾਂ? ਉਹ ਚਿਹਰਾ ਉਹ ਤੇ ਬਲਾਕ ਤੁਸੀਂ ਨਹੀਂ ਸੀ ਕਰਦੇ, ਉਹ ਦੇਖਦੇ ਵੀ ਸੀ ਉੱਤੋਂ ਨਾ, ਜਿਸ ਤਰ੍ਹਾਂ ਓਪੀ ਨਹੀਂ ਫਾਇਰ ਕਰਵਾਉਂਦਾ ਕਿ ਉੱਤੇ ਬੁਰਜ ਦੇ ਵਿੱਚ ਲਾ ਕੇ ਬੈਠੇ ਹੁੰਦਾ, ਦੂਰਬੀਨ ਆਂਦਾ ਸੀ ਪਿਆ ਇੱਕ ਥੱਲੇ ਵੀ ਕਾਲ ਪੈ ਕੇ ਬੈਠੇ ਆ, ਮੈਂ ਉਹਨੂੰ ਨਹੀਂ ਪਿਆ ਇਹ ਝੁਕਦਾ ਹੈ। ਮੈਂ ਕਿਹਾ ਤੇਰੀ ਬਹਾਦਰੀ ਤੇਰੀ ਬਹਾਦਰੀ। ਲਿਖਿਆ ਮੈਂ ਕਿ ਮੁਸਲਮਾਨ ਨਾ ਗਿਫਟਿੰਗ ਨਾ ਕਰੋ, ਇੱਥੇ ਚੁੱਪ ਕਰਕੇ ਗੱਲ ਸੁਣੋ। ਉਹਨਾਂ ਨੇ ਉਹ ਵੀ ਬਲਾਕ ਕਰ ਦਿੱਤਾ। ਉਹ ਕਹਿੰਦਾ ਜਿਹੜਾ ਸਿਰ ਕੱਟਦਾ ਸੀ ਉਹਨੂੰ ਫੈਰ। ਅੱਛਾ ਜੀ, ਥੱਲੇ ਸਾਡੇ ਕੋਲ ਨੇ ਮੁਹੰਮਦ ਅਵੈਸ। मोहम्मद अवैस साहब गल कर लो जी। अस्सलाम वालेकुम। वालेकुम अस्सलाम। पहले तो मैं ज़िया रसूल भाई को बहुत बहुत मुबारकबाद पेश करता हूँ। और दूसरा हमने छोटी सी बात नोट की है, वो लास्ट में जब ज़िया रसूल भाई को उन्होंने ड्रॉप किया ना, तो उन्होंने डायरेक्ट बोला कि वो देखो भाग गया। फिर नीचे से एक आदमी ने, ज़िया रसूल भाई ने कहा मैंने स्क्रीनशॉट ले लिया और मेरे पास प्रूफ भी है। फिर हाँ वो मेरे पास है, मैं लगा सकता हूँ यहाँ पे स्क्रीनशॉट अभी लगा। उन्होंने फिर आगे से बोलने शुरू कर दिया कि नहीं मैंने नीचे उतारा हो, ये मतलब मैं पहले ही कह रहा था कि गालीबाज और इस तरह शुरू हो गया। अमर भाई मैं नीचे जाना, तुसी ज़ैद भाई आए ने उन्होंने ले लो। ठीक है भाई, हमारी तरफ से सिर्फ ज़िया भाई को बहुत बहुत मुबारकबाद और अल्लाह इनको सारे मुसलमानों को मुबारक है, इस्लाम को मुबारक है। इनका नसीब ही ऐसा है, इन्होंने ये जिल्लत जो समेटी है आज। अपना जाहिद भाई आओ ਤੁਹਾਨੂੰ ਗਿਣ ਕੇ ਦੱਸੀ ਕਿਹਦੇ ਨਾਲ ਸੀ। ਇਹ ਨਾ ਫਿਕਰਾ ਲਿਖੋ ਕਿਹਦੇ ਨਾਲ ਸੀ ਮਨਾਜ਼ਰਾ, ਇਹ ਸਵਾਲ ਕਰੋ ਕਿਹਦੇ ਨਾਲ ਸੀ ਮਨਾਜ਼ਰਾ। 11 ਮਨਾਜ਼ਰ ਸਨ ਉੱਥੇ, 11 ਮਨਾਜ਼ਰ। ਇੱਕ ਮੁਸਲਮਾਨ ਨਾਲ 11 ਮਰਜ਼ਾਈ ਮਨਾਜ਼ਰਾ ਕਰਦੇ ਰਹੇ ਨੇ। अस्सलाम वालेकुम। वालेकुम सलाम। बोले जी अपना आमिर बोल रहा हूँ मैं। ये ज़िया भाई ने आज क्या किया है, मुझे तो ऐसा लग रहा था कि वो खड़े होकर उनको चपेड़े मार रहे हैं वहाँ पे। एक गिर रहा है, फिर दूसरे को चपेड़े रख दी, वो गिरता है। लाइन में खड़ा करके उनको चपेड़े मारी है इन्होंने। अल्हम्दुलिल्लाह। उनकी किस्मत ऐसी है कि वो रोज अपने लिए ये जो है ना जिल्लत समेटते हैं। उनको समझ नहीं आ रही कि असल पीछे चीज ही कोई नहीं है जिसका दफा करना है ना, बुनियाद ही कोई नहीं है, तो किसको करें? इसको आगे करें, उसको मरवा दें, उसको एक गोली उसके ठंडी कर लें, एक उस पर ठंडी कर लें, क्या करेंगे जब बंदा बात करने वाला है ही नहीं? पहले ज़ीम भट्ट को आगे किया, फिर उसको पीछे किया, फिर दूसरे को आगे किया, वो क्या नाम था उसका, राना कमर खुद शुरू हो गया, फिर वो क्या साहिब का क्या उसका नाम था, फिर वो शुरू हो गया। पता नहीं, गिनती मैंने गिने 11 बंदे थे। लेकिन एक सवाल बनता है भाई कि ऐसी कोई हदीस है कि नबी पाक सल्लल्लाहु अलैहि वसल्लम ने फरमाया है कि ईसा इब्न मरियम क़यामत के नजदीक नाजिल होंगे आसमान से? हाँ, बुखारी मुस्लिम में जो हदीस है वो ईसा अलैहिस्सलाम ठीक है। हमारे नबी कह रहे हैं कि वो नाजिल होंगे, और इनका जो नबी है वो इनकार में कह रहा है कि ईसा इस्लाम फौत हो चुके हैं। तो वो किस तरह फॉलो कर रहे थे नबी पाक सल्लल्लाहु अलैहि वसल्लम को, और वो नबी बन गए उस हिसाब से? हाँ, ये तो बिल्कुल इब्तदाई, जिस तरह कहते हैं ना, पहला सबक है किताब खुदा का, ये सारी है कुंबा खुदा का। ये तो पहला सबक है कि वो इनकार ही इस बात से करते हैं कि जो अल्लाह के नबी ने कसमें खा कर खबर दी है ना, सिर्फ ये नहीं कहा ईसा आएंगे। ये बुखारी में हदीस आती है, मुझे कसम है उस जात की जिसके कब्जा कुदरत में मेरी जान है, कुर्बे क़यामत तुम में ईसा इब्ने मरियम नाजिल होंगे आदिल हुक्मरान बनकर। बेशक। तो ये मिर्जा साहब इनकार कर रहे हैं, तो मिर्जा साहब नबी पाक सल्लल्लाहु अलैहि वसल्लम का इनकार करके वो किस तरह कहते हैं जी कि वो नबी पाक सल्लल्लाहु अलैहि वसल्लम की मोहब्बत में, इश्क में जो है इतने आगे चले गए थे कि वो उनको अल्लाह पाक ने नबी बना दिया है? इसका जवाब मैं देता हूँ। इसका जवाब ये अन्यवा जी, अन्यवा। सही कह रहे हैं, सही कह रहे हैं। अखी नोट के पैर जोड़ के आज जो है वो आप थोड़ा सा देखा मुनाजरा, ज्यादा मैंने नहीं देखा, लेकिन वो जैसे आमिर भाई कह रहे हैं ना कि 14 आदमी थे,
एक मुसलमान 14 मिर्जाइयों से नहीं गिरा अल्हम्दुलिल्लाह। ਲਓ ਜੀ ਗਿਣੀ ਜਾਓ ਜੀ ਜ਼ਾਹਿਦ ਭਾਈ। ਇਹ ਪਹਿਲਾਂ ਗੱਲ ਕੀਤੀ। ਵਾਲੇਕੁਮ ਸਲਾਮ वालेकुम सलाम। ਰਾਣਾ ਕਮਰ ਨੇ ਗੱਲ ਸ਼ੁਰੂ ਕੀਤੀ, ਫਿਰ ਉਹ ਸੁਹੇਬ ਕੇ ਸ਼ੁਏਬ ਉਹ ਆਇਆ, ਫਿਰ ਉਹ ਜਨਾਬ ਅਜ਼ੀਮ ਭੱਟ ਸਾਹਿਬ ਆਏ, ਫਿਰ ਜਨਾਬ ਅਹਿਮਦ ਉੱਪਲ ਆਇਆ, ਫਿਰ ਉਹਦੇ ਬਾਅਦ ਕੀ ਨਾਂ ਸੀ ਉਹਦਾ, ਜ਼ਿਆ ਭਾਈ ਤੁਸੀਂ ਯਾਰ ਤਾਵਨ ਕਰੋ, ਮੈਨੂੰ ਯਾਦ ਨਹੀਂ ਪਏ ਬੰਦੇ ਆਉਂਦੇ। 11 ਬੰਦੇ ਪੂਰੇ ਕਰੋ। ਕੱਲ ਨੂੰ ਤੇ ਆਖਰ ਤੇ ਆਇਆ ਨਾ ਨਾਸਰ ਭੱਟ ਤੇ ਕੱਲ ਨੂੰ ਤੇ ਆਖਰ ਤੇ तेरोपल एक सी अपना ਅਜ਼ੀਮ ਇੱਕ ਬੱਟ ਦੋ ਹੋਰ ਵੀ ਆਏ ਸੀ, ਉਹ ਨਵੇਂ ਸੀ, ਮੈਨੂੰ ਉਹਨਾਂ ਦਾ ਨਾਂ ਯਾਦ ਨਹੀਂ, ਤੇ ਉਹ ਵੀਡੀਓ ਜਿਹਨੇ ਰਿਕਾਰਡਿੰਗ ਕੀਤੀ ਉਹਦੇ ਵਿੱਚ ਆ ਜਾਣੇ ਸੀ। 11 ਬੰਦੇ ਨੇ ਪੂਰੇ, ਮੈਂ ਗਿਣਦਾ ਰਿਹਾ 11 ਬੰਦਿਆਂ ਨੇ ਗੱਲ ਕੀਤੀ। ਅੱਛਾ ਉਹ ਅਜ਼ੀਮ ਭੱਟ ਸਾਹਿਬ ਵੀ ਇੱਧਰ ਬੁਲਾ ਲਓ, ਉਹਨਾਂ ਨਾਲ ਅਫਸੋਸ ਹੀ ਕਰ ਲਈਏ, ਉਹਨਾਂ ਨਾਲ ਜ਼ਿਆਦਤੀ ਕੀਤੀ ਹੈ ਇਹਨਾਂ ਨੇ। ਆਵਾਜ਼ ਰੁਕ ਗਈ। जी जी ਆਹ ਜ਼ਿਆਦਤੀ ਤਾਂ ਬੜੀ ਸਸਤੀ ਹੋਈ ਹੈ, ਫਿਰ ਕੀ ਕਰਨਾ, ਜ਼ਿਆਦਤੀ ਦੇ ਕਾਬਲ ਨੇ ਨਾ, ਉਹਨਾਂ ਨੂੰ ਵੀ ਤਾਂ ਲੱਖ ਤੋਂ ਇਲਾਵਾ ਗੱਲ ਕੋਈ ਨਾ ਹੁੰਦੀ। ਇਹ ਕੋਈ ਨਵੀਂ ਗੱਲ ਹੈ ਨਹੀਂ ਕਿ ਸਾਰੇ ਮਰਦਈਆਂ ਨੇ ਰਲ ਕੇ ਮਨਾਜ਼ਰਾ ਕੀਤਾ ਹੋਵੇ ਇੱਕ ਬੰਦੇ ਨਾਲ। ਪਹਿਲੀ ਵਾਰੀ ਹੋਇਆ ਸੀ ਵਾਕਿਆ, ਇਹ ਅਕਸਰ ਹੁੰਦਾ ਹੀ ਰਹਿੰਦਾ ਹੈ ਕਿ ਜਦੋਂ ਇਹਨਾਂ ਕੋਲ ਜਵਾਬ ਨਹੀਂ ਹੁੰਦਾ ਤੇ ਫਿਰ ਸਾਰੇ ਰਲ ਕੇ ਪੈ ਜਾਂਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਬਹਰਹਾਲ ਸੋਚਣ ਵਾਲੀ ਗੱਲ ਤੇ ਅਮਰ ਬਾਈ ਉਹਨਾਂ ਲੋਕਾਂ ਵਾਸਤੇ ਹੈ ਨਾ ਕਿ ਜਿਹੜੇ ਇਹਨਾਂ ਸੋਸ਼ਲ ਮੀਡੀਆ ਤੇ ਬੈਠੇ ਜਿਹੜੇ ਲੱਗੜ ਭਗੜ ਨੇ, ਇਹਨਾਂ ਨੂੰ ਆਪਣੇ ਰਹਿਬਰ ਸਮਝਦੇ ਨੇ ਜਾਂ ਇਹਨਾਂ ਨੂੰ ਆਪਣੇ ਮੁਰੱਬੀ ਸਮਝਦੇ ਨੇ ਜਾਂ ਇਹ ਸਮਝਦੇ ਨੇ ਕਿ ਸਾਡੇ ਸੋਸ਼ਲ ਮੀਡੀਆ ਤੇ ਜਿਹੜੇ ਬੈਠੇ ਨੇ ਇਹ ਕੋਈ ਬਹੁਤ ਵੱਡੇ ਤੀਸ ਮਾਰ ਖਾਨ ਨੇ। ਉਹਨਾਂ ਵਾਸਤੇ ਸੋਚਣ ਦਾ ਮੁਕਾਮ ਹੈ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਦਿਫਾ ਜਿਹੜਾ ਹੈ ਨਾ ਉਹ ਨਾਮੁਮਕਿਨ ਚੀਜ਼ ਹੈ। ਫਿਰ ਵੀ ਲੱਤਾਂ ਫਸਾਈਆਂ ਨੇ, ਜ਼ਲੀਲ ਤੇ ਰੁਸਵਾ ਹੋਣ ਡਏ ਨੇ, ਔਰ ਡੇਲੀ ਹੋਣ ਡਏ ਨੇ, ਇੱਕ ਦਿਨ ਨਹੀਂ, ਰੋਜ਼ ਹੀ ਹਾਲ ਹੁੰਦਾ ਹੈ, ਕੋਈ ਨਵਾਂ ਹਾਲ ਤੇ ਹੋ ਨਹੀਂ ਰਿਹਾ। ਤੇ ਬਾਕੀ ਜ਼ਿਆ ਭਾਈ ਹੋਣ ਤੇ ਜ਼ਿਆ ਭਾਈ ਦੀ ਗੱਲ ਹੋ ਰਹੀ ਹੋਵੇ, ਤੁਹਾਡੀ ਹੋ ਰਹੀ ਹੋਵੇ, ਤੇ ਅਸੀਂ ਤਾਂ ਥੱਲੇ ਸਿਰਫ ਸ਼ੁਗਲ ਵੇਖਣ ਹੀ ਜਾਂਦੇ ਹਾਂ ਕਿ ਮਰਦਈਆਂ ਨਾਲ ਬਣਦਾ ਕੀ ਹੈ। ਤੇ ਮੈਂ ਥੋੜਾ ਜਿਹਾ ਵੇਖਿਆ, ਲੇਕਿਨ ਉਹ ਮੈਂ ਮਸਰੂਫ ਸੀ, ਮੈਂ ਸਾਰੀ ਗੱਲ ਸੁਣ ਨਹੀਂ ਸਕਿਆ, ਮੈਂ ਕੋਈ 2-4 ਮਿੰਟ ਹੀ ਵੇਖਿਆ। ਪਰ ਜ਼ਿਆ ਭਾਈ ਤੇ ਸਾਨੂੰ ਇੰਨਾ ਇਤਬਾਰ ਤੇ ਆਇਆ ਕਿ ਜਿੱਥੇ ਜ਼ਿਆ ਭਾਈ ਬਣ ਜਾਣ ਫਿਰ ਤੇ ਭਾਵੇਂ ਆਪਣਾ ਖਲੀਫਾ ਵੀ ਲੈਣ ਨਾ, ਤੇ ਉਹਦੇ ਵੀ ਵੱਸ ਦਾ ਕੰਮ ਨਹੀਂ ਆ। ਅੱਛਾ ਜ਼ਹਿਨ ਭਾਈ, ਮੈਂ ਇੱਥੋਂ ਜਿਹੜਾ ਅੱਜ ਨੋਟ ਕੀਤਾ ਨਾ, ਇਹਦੇ ਵਿੱਚ ਸਾਰੀ ਗਲਤੀ ਜਿਹੜੀ ਹੈ ਨਾ, ਜਿਹੜਾ ਹੋਸਟ ਹੈ ਨਾ ਇਹਦਾ ਬਰੋਡ ਦਾ, ਉਹ ਕੀ ਸੀ ਉਹਦਾ ਨਾਂ ਦਾ ਨਾ, ਇਹ ਸਾਰੀ ਗਲਤੀ ਉਹਦੀ ਹੈ। ਪਤਾ ਕੀ ਹੈ ਚੱਕਰ, ਇਹਨਾਂ ਦੀ ਬਰੋਡ ਤੇ ਜਾਂਦੇ ਨਾ ਜਦੋਂ ਅਮਨ ਨਜ਼ੀਰ ਭਾਈ ਹੋਣ ਜਾਂ ਯਾਰਸੁਲ ਭਾਈ ਹੋਣ, ਉਹ ਹੋਸਟ ਜਿਹੜਾ ਨਾ ਉਹ ਗੱਲ ਕਰਨ ਹੀ ਨਹੀਂ ਦਿੰਦਾ, ਉਹ ਬਾਰ-ਬਾਰ ਮਾਈਕ ਮਿਊਟ ਕਰੇਗਾ ਜਾਂ ਜੋ ਵੀ, ਉਹ ਕੋਈ ਨਾ ਕੋਈ ਇਹਦੇ ਚੱਕਰ ਚਲਾਏਗਾ, ਗੱਲ ਨਹੀਂ ਕਰਨ ਦੇਗਾ। ਇਹਦੀ ਗਲਤੀ ਇਹ ਹੈ ਕਿ ਇਹਨੇ ਗੱਲ ਕਰਨ ਦਿੱਤੀ ਹੈ, ਭਾਵੇਂ ਥੋੜੀ ਕਰਨ ਦਿੱਤੀ ਹੈ, ਲੇਕਿਨ ਗੱਲ ਕਰਨ ਦਿੱਤੀ। 11 ਬੰਦੇ ਦੇ ਮੁਕਾਬਲੇ ਤੇ ਉਹਨੇ ਲਿਆਂਦੇ ਕਿ ਕਿਸੇ ਤਰ੍ਹਾਂ ਬੰਦਾ ਫਸ ਜੇ, ਲੇਕਿਨ ਉਹ ਫਸਿਆ ਕੋਈ, ਬਲਕਿ ਉਹਨੇ ਬੇੜਾ ਗਲਤ ਹੀ ਕਰ ਦਿੱਤਾ। ਤੇ ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਹੋਸਟ ਦੀ ਗਲਤੀ ਹੈ ਸਾਰੀ, ਬਾਕੀ ਤੁਸੀਂ ਵੇਖ ਲਓ ਆਪੇ ਜੋ ਕਹਿਣਾ ਚਾਹੁੰਦੇ ਹੋ। ਅੱਛਾ, ਅੱਲਾਹ ਤਾਲਾ ਤੁਹਾਨੂੰ ਬਈ ਹਮੇਸ਼ਾ ਹੀ ਸਲਾਮਤ ਰੱਖੇ। ਬਾਬਰ ਮਹਿਰ ਸਾਹਿਬ ਨਜ਼ਰ ਨਹੀਂ ਵੀ ਆਉਂਦੇ ਹੁੰਦੇ ਤੁਸੀਂ, ਤਾਂ ਵੀ ਤੁਸੀਂ ਮੌਜੂਦ ਹੁੰਦੇ। ਵੱਲਾ ਮੈਂ ਸੋਚਦਾ ਹੀ ਪਿਆ ਸੀ ਕਿ ਬਾਬਰ ਮਹਿਰ ਸਾਹਿਬ ਦਾ ਉਸ ਵੇਲੇ ਦਾ ਕੋਈ ਮੈਸੇਜ ਨਹੀਂ ਪਿਆ ਆਉਂਦਾ। ਕਹਿੰਦੇ ਨੇ ਵੀਡੀਓ ਅਪਲੋਡ ਹੋਣ ਲੱਗੀ, ਇਹ ਵੀਡੀਓ ਅਪਲੋਡ ਹੁੰਦੀ ਤੁਹਾਨੂੰ ਪਲੇ ਕਰਕੇ ਸੁਣਾਉਂਦੇ ਆ, ਤੁਸੀਂ ਬੰਦੇ ਗਿਣ ਕੇ ਦੱਸਣੇ। 11 ਬੰਦਿਆਂ ਨੇ ਮਨਾਜ਼ਰਾ ਕੀਤਾ, 11 ਬੰਦਿਆਂ ਨੇ, ਵੱਲਾ ਇੱਕ ਇੱਕ ਕਰਕੇ ਆਉਂਦੇ ਸਨ। ਫਿਰ ਆਖਰ ਤੇ ਜਿਹੜਾ ਆਇਆ ਨਾ ਨਾਸਰ ਭੱਟ, ਕਿਉਂਕਿ ਉਹ ਪਿੱਛੋਂ ਸਭ ਤੋਂ ਪਿੱਛੋਂ ਆਇਆ ਨਾ, ਤੇ ਉਹਦਾ ਪੈਂਡਾ ਜਿਹੜਾ ਸੀ ਉਹ ਚੋਖਾ ਸੀ, ਤੇ ਉਹਨੇ ਆਖਿਆ ਹਟ ਜੋ ਪਿਛਾ, ਮੈਂ ਢਾਹ ਛੱਡਣੀ ਹਾਰ ਰਿਹਾ, ਮੈਂ ਨਹੀਂ ਰਹਿਣ ਦੇਣਾ ਇੱਥੇ, ਮਨਾਜ਼ਰਾ ਨਹੀਂ ਹੋਣ ਦੇਣਾ ਤੁਹਾਡੀ ਐਸੀ ਦੀ ਤੈਸੀ, ਤੁਸੀਂ ਇਹਨੂੰ ਚੁੱਕਿਆ ਕਿਉਂ ਹੈ, ਇੱਥੇ ਮਨਾਜ਼ਰਾ ਹੋਇਆ ਕਿਉਂ ਹੈ, ਉਹ ਪਤਾ ਨਹੀਂ ਉਹਨੂੰ ਲੜੀ ਸੀ ਸ਼ਾਇਦ। ਹਫੀਜ਼ ਸ਼ੇਖ ਸਾਹਿਬ ਦੇਖੋ, ਅਸੂਲ ਤੇ ਇੰਝ ਹੀ ਹੋਣਾ ਚਾਹੀਦਾ ਨਾ ਵੀ 11 ਬੰਦੇ ਇੱਕ ਬੰਦੇ ਨਾਲ ਗੱਲ ਕਰਨ, ਤਰੀਕਾਕਾਰ ਤੇ ਇਹੀ ਹੈ, ਤਕੜੀ ਦਾ ਤੋਲ ਤੇ ਇੰਝ ਹੀ ਹੋਣਾ ਚਾਹੀਦਾ। ਔਰ ਇਹ ਇਨਸਾਫ ਤੁਸੀਂ ਕਿੱਥੋਂ ਸਿੱਖਿਆ ਜੀ? ਜਿਸ ਦਿਨ ਮੈਂ ਲਾਹੌਰੀ ਅਮਲੀਆਂ ਦੀ ਬਰਾੜ ਲਾਂਗਾ ਫਿਰ ਤੁਸੀਂ ਕਹਿਣਾ ਕਿ ਨਾ ਇਨਸਾਫੀ ਕੀਤੀ, ਹਲੀ ਲੱਗੀ ਨਹੀਂ ਹੈ। ਮੈਂ ਦੂਜਿਆਂ ਦੇ ਬਾਰੇ 'ਚ ਕੁਝ ਨਹੀਂ ਕਹਿ ਸਕਦਾ। ਨਹੀਂ, ਵੈਸੇ ਵੀ ਮੁਅੱਜਜ਼ ਮੁਆਸ਼ਰੇ 'ਚ ਅਸੀਂ ਤੁਸੀਂ ਰਹਿੰਦੇ ਆ ਇੱਥੇ, ਕਮ ਅਜ਼ ਕਮ ਅਸੂਲ ਤੇ ਅਸੀਂ ਦੇਖਦੇ ਆ ਨਾ ਅੱਖਾਂ ਨਾਲ, ਤੇ ਇਹਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈ? ਕਿ ਬਹੁਤ ਅੱਛਾ ਇਨਸਾਫ ਇੰਝ ਹੀ ਹੋਣਾ ਚਾਹੀਦਾ। ਮੇਰਾ ਖਿਆਲ ਹੈ ਇੰਝ ਹੀ ਹੋਣਾ ਚਾਹੀਦਾ, क्योंकि इस मुसलमान जो है ना वो 10 पे हावी होता है। मैं नहीं ये कहता हूँ कि ऐसा होना चाहिए कि एक तरफ एक बंदा दूसरी तरफ 10, 1 to 1 बात होनी चाहिए थी। जो भी है गलत है, मैं तो नहीं समझता हूँ कि एक बंदा कोई भी हो, चाहे वो एक अहमदी हो, 10 मुसलमान हो, या 10 अहमदी और एक मुसलमान, मुकाबला नहीं होता, ऐसे नहीं होता। ਹਫੀਜ਼ ਸ਼ੇਖ ਸਾਹਿਬ, ਕੱਲ ਇੱਥੇ ਨਵਾਂ ਬੰਦਾ ਆਇਆ, ਮੈਂ ਇਹਨਾਂ ਨੂੰ ਦੱਸਿਓ ਬਗੈਰ ਸਭ ਨੂੰ 1 ਸੈਕਿੰਡ ਤੋਂ ਪਹਿਲੇ ਸਭ ਨੂੰ ਥੱਲੇ ਸੁੱਟ ਦਿੱਤਾ। ਸਿਰਫ ਜ਼ਿਆ ਭਾਈ ਨੂੰ ਆਖਿਆ ਤੁਸੀਂ ਗੱਲ ਕਰੋ, ਮੈਂ ਆਪ ਵੀ ਥੱਲੇ ਉਤਰ ਗਿਆ। ਨਾ ਸਿਰਫ ਇਹ ਦੂਜਿਆਂ ਸਾਰਿਆਂ ਨੂੰ ਪੈਨਲ ਖਾਲੀ ਕਰ ਦਿੱਤਾ ਹੈ, ਮੈਂ ਆਪ ਵੀ ਆਪਣੇ ਆਪ ਨੂੰ ਡਿਸਕਨੈਕਟ ਕਰਤਾ, ਤੇ ਮੈਂ ਕਿਹਾ ਕੋਈ ਬੰਦਾ ਉੱਤੇ ਨਾ ਜਾਏ, ਜ਼ਿਆ ਭਾਈ ਉਹਦੇ ਨਾਲ ਇਕੱਲਿਆਂ ਗੱਲ ਕਰਨ, ਇੱਕ ਬੰਦਾ ਗੱਲ ਕਰੇ।
ਅਸੀਂ ਤੇ ਜਿੰਨੇ ਜੋਗੇ ਆਏ ਆ ਤੁਹਾਡੇ ਸਾਹਮਣੇ ਨਮੂਨੇ ਯਾਰਾ ਪੇਸ਼ ਕਰਦੇ ਆ। ਉੱਥੇ ਮੈਂ ਪਿਆ ਦੱਸਣਾ ਵੀ ਉਹ 9 ਬੰਦਿਆਂ ਦਾ ਪੈਨਲ ਹੁੰਦਾ ਹੈ, ਕੁਰਸੀਆਂ ਉਹਨਾਂ ਫੁੱਲ ਕੀਤੀਆਂ ਸਨ, ਆਪਣੇ ਬੰਦੇ ਭਾਏ ਸਨ ਤੇ ਵਾਰੀ ਬੋਲਦੇ ਸਨ ਤੇ ਮੈਂ ਥੱਲੇ ਕਾਲ ਪਾ ਕੇ ਆਂਦਾ ਸਾਂ ਮੇਰੀ ਵੀ ਕਾਲ ਚੁੱਕ ਲਓ, ਮੈਂ ਜਿਹੜੀਆਂ ਤੁਹਾਡੀਆਂ ਲਾਸ਼ਾਂ ਹੀ ਗਿਣਦਾ, ਮੈਂ ਅੱਖਣ ਕੱਖ ਨਹੀਂ ਲਗਾ। ਤੇ ਉਹ ਆਂਦਾ ਓਏ ਵੇਖੋ ਇੱਕ ਉਹ ਥੱਲੇ ਵੀ ਬੈਠੀ ਕਾਲ ਪਾ ਕੇ, ਮੈਂ ਨਹੀਂ ਉਹਨੂੰ ਚੁੱਕਿਆ ਕਿ ਕਿੱਡਾ ਮੈਂ ਬਹਾਦਰ ਹਾਂ। ਮਤਲਬ ਹੈ ਕਿ ਸਾਡੇ ਤੋਂ ਨਾ ਕਿਸੇ ਦੂਸਰੇ ਬੰਦੇ ਨੂੰ ਉੱਤੇ ਕਾਲ ਤੇ ਕੀ ਲੈਣਾ ਸੀ। ਜਿਹੜੇ ਮੈਸੇਜ ਕਰਦੇ ਸਨ ਨਾ ਥੱਲੇ ਟੈਕਸਟ ਮੈਸੇਜ, ਉਹਨਾਂ ਨੂੰ ਵੀ ਮਿਊਟ ਕਰੀ ਜਾਂਦੇ ਸਨ। ਇੰਨੀ ਬੇਹਯਾਈ, ਇੰਨੀ ਬੇਸ਼ਰਮੀ ਤੇ ਇੰਨੀ ਮਜਬੂਰੀ ਤੇ ਮਾਜ਼ੂਰੀ। ਸਵੇਰੇ ਉੱਠ ਕੇ ਅੱਲਾ ਕੋਲ ਜਿਹੜੀਆਂ ਦੁਆਵਾਂ ਮੰਗੀ ਦੀਆਂ ਨੇ, ਇਹ ਦੁਆ ਮੰਗੀ ਦੀ, ਯਾ ਅੱਲਾ ਬੇਚਾਰਗੀ ਤੋਂ ਲਾਚਾਰਗੀ ਤੋਂ ਮਹਿਫੂਜ਼ ਰੱਖੀ, ਯਾ ਅੱਲਾ ਉਹ ਤੇਰੀ ਪਨਾਹ ਚਾਹੁੰਦੇ ਅਸੀਂ। ਇਹੋ ਜਿਹੀ ਮੁਹਤਾਜਗੀ ਤੋਂ ਜਿਹੜੀ ਮਰਜ਼ਾਈਆਂ ਨੂੰ ਪਈ ਹੈ, ਐਸੀ ਹੈਂਡੀਕੈਪ ਕੌਮ, ਉਹ ਭੈੜਿਓ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਹੈ ਵੀ ਜੇ ਗੱਲ ਕੋਲ ਹੋਵੇ ਤੇ 11 ਬੰਦੇ ਵਾਰੀ ਅੱਗੇ ਆਉਣ ਦੀ ਕਿਹੜੀ ਲੋੜ ਹੈ। ਬੰਦਾ ਤੇ ਇੱਕ ਵੀ ਕਾਫੀ ਹੁੰਦਾ, ਪੁੱਤਰ ਤੇ ਇੱਕ ਵੀ ਬੜਾ ਹੁੰਦਾ ਜੇ ਚੰਗਾ ਹੋਵੇ ਤੇ। ਅਸਲ ਗੱਲ ਵਿੱਚੋਂ ਆਪਸ 'ਚ ਇੱਕ ਦੂਜੇ ਨਾਲ ਲੜਨ ਲੱਗ ਪਏ ਸੀ। ਜਦੋਂ ਰਾਣਾ ਜ਼ਾਹਰ ਤੇ ਅਜ਼ੀਮ ਬੱਟ ਲੜੇ ਨਾ, ਮੈਂ ਕਿਹਾ ਰਾਣਾ ਸਾਹਿਬ ਐ ਨਹੀਂ ਕਰੋ, ਤੁਹਾਡੇ 2-2 ਮਿੰਟ ਮੈਂ ਲਾਣਾ, ਤੁਸੀਂ ਆਪਸ 'ਚ ਕਰੋ ਗੱਲ। ਅੱਛਾ ਜ਼ਿਆ ਭਾਈ, ਅਸਲ ਗੱਲ ਜਿਹੜੀ ਹੈ ਨਾ ਉਹ ਕੀਤੀ ਨਾਸਰ ਬੱਟ ਨੇ ਆ ਕੇ, ਉਹਨੇ ਅੱਗੇ ਤੁਹਾਨੂੰ ਆਖਿਆ ਕਿ ਇਹਨੂੰ ਚੁੱਕੋ, ਇਹ ਅਸਲ ਗੱਲ ਉਹਨੇ ਜਿਹੜੀ ਕੀਤੀ, ਇਹਨੇ ਚੁੱਕਿਆ ਕਿਉਂ? आमन भाई आपको आवाज आ रही है? आमन नजीर भाई, आपने एक तरफ शायद अभी तक गौर ना की। अभी ताहिर साहब आए हुए थे और शाह साहब ने उनको कहा कि ब्रॉड उनकी थी, तो ताहिर साहब की ब्रॉड इसी तरह वो दूसरे हाईजैक करते रहते हैं। तो क्या इस बात का भी इम्कान है, मेरा दिमाग किसी और तरफ जा रहा है, कि ताहिर साहब ने जानबूझकर ये काम रखा कि ये ब्रॉड हाईजैक करेंगे और सबको जूतियां पड़े, यानी 11 के 11 जूतियां खाएंगे, मैं तमाशा देखूंगा। वो को अपनी इंतकामी कार्रवाई तो नहीं कर रहे थे? नहीं, ताहिर साहब बहुत अच्छे आदमी हैं। असल में वो लास्ट टाइम उन्होंने जो ब्रॉड चलाई थी ना, वो ऐसे अपने दोस्तों के हाथ से थोड़ा सा वो हो गए, वरना बंदा वो मोतदिल आदमी है और हमें उम्मीद है कि वो आंदा भी नहीं, वो तो उन्होंने खुद किया ना। देखें, वो तो ताहिर साहब ने तो एक अच्छा प्लेटफॉर्म उनको प्रोवाइड किया कि ज़िया साहब आके बात करें और दूसरे लोग भी। लेकिन अब अगले बंदा जो मुखातिब है उसके पास अगर जवाब ही ना हो तो जाहिर बात है जलील ही होना ना उसने, चाहे 1 हो या 11 हो। भट्ट साहब, वैसे भट्ट साहब शुक्रिया अदा कीजिएगा मेरी तरफ से। भट्ट साहब ने मेरी पेशन गोई जो है वो सही कर दी। मैंने कहा था अभी सारा टब्बर आएगा, मेरी उन्होंने ब्लॉक तो कर दी कमेंट उसके बाद, लेकिन पेशन गोई उन्होंने साबित कर दी कि दुरुस्त की थी। ਅੱਛਾ, ਕਈ ਬੰਦੇ ਨੇ ਜਿਨ੍ਹਾਂ ਦੇ ਬਾਰੇ ਮੈਂ ਉਸਨੇ ਜ਼ਨ ਰੱਖਣਾ ਕਿ ਇਹ ਬੰਦੇ ਸੋਚਦੇ ਨੇ ਤੇ ਖਾਬ ਵੀ ਤੱਕਦੇ ਨੇ ਤੇ ਇਹ ਕੁਝ ਕਰਨ ਦੇ ਫੈਸਲਾ ਕਿਸੇ ਦਿਹਾੜੇ ਨੂੰ ਕਰਨ ਦੇ। ਅਹਿਮਦ ਜੱਟ ਸਾਹਿਬ ਵੀ ਉਹਨਾਂ ਚੋਂ ਇੱਕ ਨੇ, ਪਰ ਪਤਾ ਨਹੀਂ। ਮਾਸ਼ਾਅੱਲਾ ਮੁਬਾਰਕਾਂ ਹੋਣ, ਬਹੁਤ ਵੱਡਾ ਮਾਰਕਾ ਮਾਰ ਕੇ ਆਏ ਹੋ। ਕੀ ਬਾਤ ਹੈ, ਤੁਹਾਨੂੰ ਮੁਬਾਰਕਾਂ ਨੇ ਜਿਹੜੇ ਸੋਚਦੇ ਹੋ, ਜਿਹੜੇ ਸੋਚਣ ਵਾਲੇ ਹੋ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਨੇ। ਸੋਚਣਾ ਹੀ ਉਹਨਾਂ ਨੂੰ ਕਾਹਦੀਆਂ ਮੁਬਾਰਕਾਂ ਨੇ। मतलब खत्मे नबूवत जड़ी है ना साबित हो गई है। ਅਸਲ ਜੱਟ ਸਾਹਿਬ ਗੱਲ ਇੰਜ ਹੈ ਕਿ ਉੱਥੇ ਖਤਮੇ ਨਬੂਵਤ ਸਾਬਤ ਹੋਈ ਹੈ ਜਾਂ ਕੀ ਸਾਬਤ ਹੋਇਆ ਹੈ ਤੇ ਤੁਸੀਂ ਫੈਸਲਾ ਕਰਨਾ ਹੈ। ਜੇ ਕੋਈ ਗੁੰਜਾਇਸ਼ ਰਹਿ ਗਈ तो ਤੁਸੀਂ ਸਾਨੂੰ ਦੱਸੋ। साहब आपका शुक्रिया, यकीन करें कि इतनी दुर्गत हम अपने किसी ब्रॉड पर नहीं कर सकते थे की जितनी आप लोगों ने वहाँ करवाई है। जबरदस्त। खुसरे मंगाओ, ढोल बजाओ, फतह दा ऐलान तुसी ते कर ही लिया है। अब आपका कहना बनता है, देखें सट्टे ही ऐसी लगी है ना तो हम नहीं बुरा मनाते, आप गालियां दे जो मर्जी करें। क्या बात। ਡਾਕਟਰ ਸਾਹਿਬ ਤੁਸੀਂ ਹੁਣ ਸੁਣਾਓ, ਵੈਸੇ ਕੀ ਮਹਿਸੂਸ ਕੀਤਾ ਤੁਸੀਂ ਪਿਛਲੇ, ਮੈਂ ਵੇਖ ਰਿਹਾ ਕਿ 3-4 ਮਹੀਨੇ ਤੋਂ ਸੋਚ ਰਹੇ ਹੋ, ਇਕੱਲੇ ਬਹਿ ਜਾਂਦੇ ਹੋ, ਸੋਚੀ ਪੈ ਜਾਂਦੇ ਹੋ, ਸੋਚੀ ਪਿਆ ਤੇ ਬੰਦਾ ਗਿਆ। ਅੱਛਾ, ਬਹੁਤਾ ਸੋਚਿਆ ਨਾ ਕਰੋ। ਹਾਂ, ਮੈਂ ਹੁਣ ਸੋਚਣ ਡਿਆ ਬਰੇਲਵੀ ਹੋਵਾਂ, ਦਿਓਬੰਦੀ ਹੋਵਾਂ, ਸ਼ੀਆ ਹੋਵਾਂ, ਕੀ ਹੋਵਾਂ, ਸਮਝ नहीं आ रही जी। सोचना की हालत देखकर आपको ये सोचना पड़ेगा। ਇਹਦਾ ਤੇ ਪਤਾ ਲੱਗ ਗਿਆ ਜਨਾ ਇਹ ਜੋ ਕੋਈ ਹੈ ਵੇ। ਬਿਲਕੁਲ, ਅਲਹਮਦੁਲਿਲਾ, ਦੁਨੀਆ ਦੇ ਉੱਤੇ ਇੱਕ ਵਾਹਦ ਜਮਾਤ ਅਹਿਮਦੀ ਆਵੇ ਜਿਹੜੀ ਸੱਚੀ ਪੱਕੀ ਤੇ ਬਾਬਾ ਜੀ ਜਿਹੜੀ ਦੁਨੀਆ ਨੂੰ ਅਮਨ ਨਾਲ ਲਿਆ ਕੇ ਆ ਰਹੀ ਏ। ਇਹ ਬਿਲਕੁਲ ਪਤਾ ਲੱਗ ਗਿਆ ਮੈਨੂੰ। ये पट्टी कल तक पढ़नी है ताकि दिल को कुछ तसल्ली हो। अच्छा आमिर भाई बड़े अफसोस। एक मिनट जट साहब, एक मिनट।
ਬੜੇ ਅਫਸੋਸ ਨਾਲ ਵੈਸੇ ਕਹਿਣਾ ਪੈਂਦਾ ਕਿ ਐਡੀ ਪੱਕੀ ਤੇ ਸੱਚੀ ਜਮਾਤ ਅਹਿਮਦੀ ਹੈ ਕਿ ਇਹ ਉਹੀ ਬੰਦਾ ਜਿਹੜਾ ਇੱਥੇ ਬਹਿ ਕੇ ਕਹਿੰਦਾ ਹੁੰਦਾ ਸੀ। ਹੁਣ 13 ਕਿਉਂ ਬੋਲ ਰਹੇ ਹੋ? ਉਹ ਇੱਕ ਮਿੰਟ ਗੱਲ ਤੇ ਸੁਣ ਲੈ। ਇਹ ਉਹੀ ਬੰਦਾ ਜਿਹੜਾ ਇੱਥੇ ਬਹਿ ਕੇ ਕਹਿੰਦਾ ਹੁੰਦਾ ਸੀ ਕਿ ਅਗਰ ਕਿਸੇ ਬੰਦੇ ਨੇ ਕੋਈ ਥੋੜੀ ਜਿਹੀ ਵੀ ਗੱਲ ਕਰ ਦਿੱਤੀ ਨਾ ਤੇ ਇਹ ਚੀਕਾਂ ਮਾਰਦਾ ਹੁੰਦਾ ਸੀ, ਠੀਕ ਹੈ। ਔਰ ਇਹ ਉਹੀ ਬੰਦਾ ਹੈ ਕਿ ਜਿਹੜਾ ਸਾਰਿਆਂ ਤੋਂ ਵੱਡਾ ਗਾਲੀਬਾਜ਼, ਸਾਰਿਆਂ ਤੋਂ ਵੱਡਾ ਟਿਕਟੌਕ ਦਾ ਸਭ ਤੋਂ ਵੱਡਾ ਗਾਲੀਬਾਜ਼ ਹੈ ਬੰਦਾ ਜੀ ਅਹਿਮਦ ਜੱਟ, ਠੀਕ ਹੈ। ਹੁਣ ਇਰਫਾਨ ਜੱਟ ਹੋ ਗਿਆ, ਅਹਿਮਦ ਜੱਟ ਹੋ ਗਿਆ, ਇਹਨਾਂ ਨੇ ਜੱਟਾਂ ਦਾ ਮੂੰਹ ਕਾਲਾ ਕਰਾਇਆ ਇਹਨਾਂ ਜੱਟਾਂ ਨੇ, ਠੀਕ ਹੈ। ਮੈਂ ਚੁੱਪ ਕਰ ਦਿੱਤਾ। ਇਸ ਬੰਦੇ ਦੀ ਜ਼ੁਬਾਨ ਹੈ, ਜ਼ੁਬਾਨ ਹੈ ਇਸ ਬੰਦੇ ਦੀ। ਚੁੱਪ ਕਰ ਜੋ, ਚੁੱਪ ਕਰ। ਇਹਦੀ ਤਰਬੀਅਤ ਹੈ, ਇਹ ਜਮਾਤੇ ਅਹਿਮਦੀਆ ਦੀ ਤਰਬੀਅਤ ਸਹਿਬ ਭਾਈ, ਜਮਾਤੇ ਅਹਿਮਦੀਆ ਦੀ ਸਹਿਬ ਭਾਈ ਨਾ ਕਰੋ। ਤੈਨੂੰ ਕਿਸੇ ਨੇ ਬੁਲਾਇਆ ਜਾਂ ਤੇ ਮੈਂ ਬੁਲਾਵਾਂਗਾ ਤੇ ਫਿਰ ਤੂੰ ਗੱਲ ਕਰ ਲਈ। सैद भाई ना करो सैद भाई। अच्छा अमर भाई, जज साहब को यहाँ से उतारना नहीं है। देखें इनकी जो तर्जमानी है ना चीखों की, वो सुनने वाली नहीं जरा जाके शाह डड्डू ने नहीं सुनो ना यार। सारे चुप करो यार, सारे चुप करो सारे। मैं म्यूट किया अहमद जट साहब साਰਿਆਂ ਨੂੰ, ਆਪਣੇ ਭਰਾਵਾਂ ਨੂੰ ਜਿਹੜੇ ਤੁਹਾਡੇ ਇੱਕ ਦਾएं ਬੈਠੇ ਆ, ਇੱਕ ਉੱਪਰ ਬੈਠੇ ਆ, ਇੱਕ ਬਾएं ਬੈਠੇ ਸਾਰੇ। ਜਦੋਂ ਇੱਕ ਬੰਦੇ ਨਾਲ ਗੱਲ ਕਰਨਾ ਹੋਵਾਂ ਤਾਂ ਮੈਂ ਕਰੋੜ ਵਾਰੀ ਕਹਿ ਦੇ ਤੁਸੀਂ ਰਿਕੁਐਸਟ ਪਾਈ ਹੈ ਤੇ ਫਿਰ ਇੱਕ ਬੰਦਾ ਗੱਲ ਕਰੋ। ਹਾਂਜੀ ਹਾਂਜੀ, ਨਹੀਂ ਗੁੱਸਾ ਚੜਦਾ ਬੰਦੇ ਨੂੰ, ਗੁੱਸਾ ਚੜਦਾ ਜੇ 2-3 ਬੰਦੇ ਬੋਲਦੇ ਨੇ ਤਾਂ ਗੁੱਸਾ ਲੱਗਦਾ। ਉੱਥੇ 11-12 ਬੰਦੇ ਬੋਲਦੇ ਸੀ। ਚਲੋ ਕੋਈ ਨਹੀਂ, ਸੁਣਾਓ ਹੋਰ ਸੁਣਾਓ। जी जज साहब कुछ रह गया सुनाने जोगा तो। ओया की बंदा है? सलमान फारसी भाई म्यूट कर लो, आज से कंट्रोल करो। जट साहब गल पता जी की है, ਇਹ ਅਸੀਂ ਤੇ ਜਿਹੜਾ ਤੁਸੀਂ ਸੂਲ ਬਣਾਓ ਨਾ, ਅਸੀਂ ਨਾ ਇਹ ਠੀਕ ਹੈ, ਇਹ ਸੂਲ ਤੁਸੀਂ ਆਖਿਆ ਵੀ ਇੱਕ ਬੰਦਾ ਬੋਲੋ ਦੂਜੇ ਚੁੱਪ ਕਰ ਜੋ, ਪਹਿਲਾਂ ਚੁੱਪ ਕਰਾ ਚੁੱਪ ਕੀਤੇ ਨੇ। ਵੇਖ ਲਓ ਕੋਈ ਬੰਦਾ ਬੋਲਦਾ, ਕਿਸੇ ਦੀ ਆਵਾਜ਼ ਆਉਂਦੀ ਪਈ ਹੈ। ਆ ਮਿੰਟ ਬਾਅਦ ਜਨਾਬ ਉਹ ਤਾਲੀ ਮਾਰਦਾ ਤੇ ਨਾਲ ਹੱਸਦਾ। ਉਹ ਹਾਸਾ ਉਹਨਾਂ ਕੋਲ ਕੰਟਰੋਲ ਨਹੀਂ ਪਿਆ ਹੁੰਦਾ ਤਾਂ ਉਹਨਾਂ ਨੂੰ ਮੈਂ ਪਹਿਲਾਂ ਹਾਸਾ ਕੰਟਰੋਲ ਮਿੰਟ ਬਾਅਦ ਜਨਾਬ ਤਾਲੀ ਮਾਰਦਾ। ਅੱਛਾ ਮੈਂ ਥੋੜਾ ਜਿਹਾ ਬਿਜ਼ੀ ਹਾਂ, ਮੈਂ ਆ ਰਿਹਾ ਥੋੜੀ ਦੇਰ ਤੱਕ। ਓਕੇ ਓਕੇ, ਹਾਸੇ ਕੰਟਰੋਲ ਕਰਕੇ ਰੱਖੋ। ਅੱਗੇ ਹਾਲਾਤ ਵੇਖੋ, ਹਾਲਾਤ ਅੱਗੇ ਦਗਰਗੂੰ ਹੋਏ ਪਏ ਨੇ ਤੇ ਉਹਨਾਂ ਨਾਲ ਹੱਸਦੇ ਆ ਤੇ ਤੰਗ ਕਰਦੇ ਨਾਲ ਨਾ ਮਤਲਬ। अच्छा अमर भाई, अमर भाई जी जी ये जट साहब जी ना जो नवे नवे आए ना, मेरे कोल शायद रिकॉर्डिंग इन्हों की स्लिप पई। ये तो किसी ने टाइम कट के इन्हों की रिकॉर्डिंग मैं सुनावांगा तुहानू। जितना शुरू तो आए ने ते आए भी ऐसा तरह सन कि मैं बड़ा मासूम हाँ ते मैं तहकीक करना चाहना, बड़ा अच्छा आदमी हाँ मैं। इस तरह दी बहुत सारी इन्हों दी चीज़ां वो मैं तुहानू किसी दिन पूरी वीडियो इत्थे चलावांगे सी अपनी ब्लॉग ते ना। बड़ा ही अच्छे और नाइस पर्सन बन के आए सन अहमद जट साहब। वो मेरे को महफूज ने सारियां, मेरे को दूसरे लैपटॉप भेजे, मैं कटा ना किसी ने। ਪਤਾ ਨਹੀਂ ਤੁਸੀਂ ਸਾਡੀ ਪੈਦਾਇਸ਼ ਤੋਂ ਪਹਿਲੇ ਦੀ ਗੱਲ ਕਰਦੇ ਹੋ, ਅਸੀਂ ਤਾਂ ਜਦੋਂ ਦਾ ਵੇਖੇ ਨੂੰ ਗਾਲਾਂ ਕੱਢਦੇ ਵੇਖੇ। अमन नज़ीर भाई से यकीन करें, जो आज उन्होंने बात कर दिया ना, ज़ियार रसूल भाई ने जैसे ही कहा कि अगर आपके आगे पीछे की बात करेंगे तो मैंने मिर्जा साहब की पेश करनी, उन्होंने कहा आप बकवास पेश करेगा ये, अब बकवास करेगा, अब उस पर हंसे भी ना यार। ਨਜਫ ਨੂੰ ਚੁੱਕ ਲਓ, ਨਜਫ ਦੇ ਆਖਰੀ ਸਾਹ ਚੱਲ ਰਹੇ ਨੇ, ਚੁੱਕ ਲਓ ਨਜਫ। ਇਹ ਜਦੋਂ ਆਉਂਦਾ ਐਮਰਜੈਂਸੀ ਵਾਰਡ 'ਚ ਆਉਂਦਾ। ਅੱਲਾ ਉਹ ਤੁਹਾਡਾ ਪਤਾ ਹੋ ਜੇ ਮੌਲਵੀਓ, ਮੈਨੂੰ ਤੁਸੀਂ ਪਾਸੇ ਕਰਕੇ ਆਪ ਤੁਸੀਂ ਫਤਹ ਦੇ ਮਜ਼ੇ ਲੁੱਟਦੇ ਪਏ। ਮੈਨੂੰ ਤਾਂ ਪਤਾ ਵੀ ਨਹੀਂ ਆਇਆ ਹੋਇਆ ਕਿ ਮੈਂ ਤਾਂ ਸਿਰਫ ਤੁਹਾਡੇ ਹਾਸੇ ਸੁਣ ਕੇ ਹੱਸ ਰਿਹਾ। ਮੈਨੂੰ ਵੀ ਕੁਝ ਦੱਸੋ। ਇਹ ਸਮਝੋ ਵੀ ਜਿਸ ਤਰ੍ਹਾਂ ਨਾ ਮੈਂ ਐਕਸਪਲੇਨ ਕਰ ਅਮਰ ਭਾਈ ਨੂੰ ਮੈਂ ਦੱਸਣਾ। ਉਹ ਪਹਿਲੇ ਇਹਦੇ ਤੇ ਮਜ਼ਾ ਲੈਂਦੇ, ਉਹਨੂੰ ਪਤਾ ਹੈ ਨਹੀਂ ਕਿਉਂ ਹੱਸ ਰਹੇ ਆ, ਪਰ ਕਹਿੰਦਾ ਮੈਂ ਦੱਸਣਾ ਮਿਊਨਿਸਪਲ ਕਮੇਟੀ ਵਾਲੇ ਜਾਂਦੇ ਨੇ ਨਾ ਉਹ ਕੁੱਤੇ ਫੜਨ, ਤੇ ਤੈਨੂੰ ਪਤਾ ਨਾ ਗਲੀ ਦੇ ਵਿੱਚ 10-12 ਕੁੱਤੇ ਹੁੰਦੇ ਨੇ ਤੇ ਇੱਕ ਫੜ ਕੇ ਲੱਤ ਤੋਂ ਫੜ ਕੇ ਤੇ ਟੰਗੀ ਜਾਂਦੇ ਨੇ, ਸੁੱਟੀ ਜਾਂਦੇ ਨੇ। ਇਹ ਕੰਮ ਹੋਇਆ ਮਜ਼ਈਆਂ ਨਾਲ। ਯਾਰ ਰਸੂਲ ਕੁੱਤੇ ਫੜਨ ਗਿਆ ਸੀ ਮਿਊਨਿਸਪਲ ਕਮੇਟੀ ਵਾਲੇ ਡਿਊਟੀ ਕਰਨ, ਸਾਰੇ ਟੰਗ ਕੇ ਟਰਾਲੀ 'ਚ ਪਾ ਕੇ ਲਿਆਂਦੇ। ਉਹ ਬੜਾ ਵੀਆਈਪੀ ਨਜ਼ਾਰਾ ਹੁੰਦਾ, ਚਾਉ ਹੁੰਦੀ। वैसे वाकई मैं ना जरा मसरूफ था और बहुत ज्यादा मसरूफ था, मैं नहीं आ सका जी। चौं भी तक हो रही है, वहां जाकर सुने ना चीखें मारी जा रही हैं। किस सीन की होया, मतलब केड़े वाले ने फाड़ लिया गया भाई ते किस गलबात? सुलेमान भाई वो जो बाकी बच जाते हैं ना, वो अपने दोस्तों के गम में चूं चूं करते हैं भाई। एक भी नहीं पेश किया, कोई एक हवाला मिर्जा कादियानी दा नहीं पेश किया, नाम ही नहीं लिया सिवाय एक बार तो।
ਤੇ ਜੇ ਮਿਰਜ਼ਾ ਗੁਲਾਮ ਕਾਦਨੀ ਦੇ ਹਵਾਲੇ ਦੀ ਗੱਲ ਹੁੰਦੀ ਫਿਰ ਕੀ ਹਾਲ ਹੋਣਾ ਸੀ? ਗੱਲ ਕੀ ਹੋਈ ਹੈ ਜ਼ਿਆ ਭਾਈ, ਮਤਲਬ ਉਹ ਤੇ ਮੈਨੂੰ ਪਤਾ ਹੈ, ਤੁਸੀਂ ਉਹ ਛੁਰੀ ਨਾ ਵੀ ਹੋਵੇ ਤੇ ਉਂਗਲੀ ਨਾਲ ਵੀ ਲਾਲ ਕਰ ਦਿੰਦੇ। ਮੇਰੀ ਕਿੱਡੀ ਬਦਕਿਸਮਤੀ ਹੈ ਜੀ।